ਗੁਰੂ ਨਾਨਕ Sri Guru Ramdas Guna Guru Arjana Vighnana ke Nasak Vighnana ke Nasak Har Gobind Shubh Sumat Shri Har Rai Namo Kar Jori Namo Kar Jori Shri Har Krishna Manai Gauri Sri Guru Gobind Singh Mesala Taro Tara Par Guna Guna Sita Guna Guna Sita Bandongar Var Jagadisha Ekankara Sadguru Te Prasad Sach Hoye Vaheguru Ji ki Fateh Vighan Vinasan Vaheguru Ji ki Fateh Vighan Vinasan Soye ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਓ ਚਿਤ ਲਾਵੇ ਹੋ। ਗੁਰਬਾਣੀ ਸੁਣਤ ਮੇਰਾ ਮਨ ਰਵਿਆ ਮਨ ਧੀਨਾ ਨਿਜ ਘਰ ਆਵੇ ਹੋ। ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸੰਤਾਂ ਦੇ ਪਾਤਰ ਹੋ। ਮਹਾਂਪੁਰਖ ਬਾਬਾ ਅਜਾਪਾਲ ਸਿੰਘ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਤਪ ਅਸਥਾਨਾਂ ਵਿਖੇ ਗੁਰਦੁਆਰਾ ਘੋੜਿਆਂ ਵਾਲਾ ਵਿਖੇ ਸੰਧਿਆ ਵੇਲੇ ਦੇ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਗੁਰੂ ਪੰਥ ਖਾਲਸੇ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਨੂੰ ਬੜੀ ਸ਼ਰਧਾ ਭਾਵਨਾ ਅਦਬ ਅਤੇ ਸਤਿਕਾਰ ਸਹਿਤ ਸਰਵਣ ਕਰਦੇ ਆ ਰਹੇ ਹੋ। ਭਾਈ ਰਤਨ ਸਿੰਘ ਜੀ ਭੰਗੂ ਖਾਲਸਾ ਪੰਥ ਦੇ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੀ ਸਾਖੀ ਸੁਣਾਉਣ ਲੱਗੇ ਹਨ।
ਕਿ ਕਪੂਰ ਸਿੰਘ ਜੀ ਨੂੰ ਕਿਸ ਪ੍ਰਕਾਰ ਨਵਾਬੀਆਂ ਮਿਲੀਆਂ, ਕਿਵੇਂ ਪੰਥ ਨੇ ਉਹਨਾਂ ਨੂੰ ਨਵਾਬ ਦਾ ਖਿਤਾਬ ਦਿੱਤਾ ਹੈ। ਪਰ ਭਾਈ ਸਾਹਿਬ ਜੀ ਲਿਖਦੇ ਨੇ ਕਿ ਉਹ ਸਾਖੀ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਸਾਖੀ ਦੱਸਣ ਲੱਗਾ ਢੀਲੋਵਾਲ ਦੀ, ਜਿੱਥੇ ਤੁਰਕਾਂ ਦਾ ਅਤੇ ਗੁਰੂ ਕੇ ਸਿੱਖਾਂ ਦਾ ਜੰਗ ਹੋਇਆ ਹੈ। ਤੁਰਕ ਗਿਣਤੀ ਦੇ ਵਿੱਚ ਬਹੁਤੇ ਸਨ। ਲਾਹੌਰ ਦਾ ਸੂਬੇਦਾਰ ਇਹ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਹੈ। ਇਹਨਾਂ ਨੇ ਕੀ ਕੀਤਾ ਕਿ ਜਿਹਾਦ ਦੇ ਨਾਂ ਦੇ ਹੇਠਾਂ ਮਸਜਿਦ ਵਿੱਚ ਜਾ ਕੇ ਇੱਕ ਹਰੇ ਰੰਗ ਦਾ ਝੰਡਾ ਗੱਡ ਦਿੱਤਾ, ਜਿਸ ਨੂੰ ਕਿਹਾ ਜਾਂਦਾ ਹੈਦਰੀ ਝੰਡਾ, ਤੇ ਨਾਰਾ ਦਿੱਤਾ ਇਸਲਾਮ ਖਤਰੇ ਦੇ ਵਿੱਚ ਹੈ, ਜਿਹਾਦ ਸ਼ੁਰੂ ਹੋਣ ਲੱਗਾ ਹੈ। ਜਿਸ ਨੇ ਵੀ ਜਿਹਾਦ ਦੇ ਨਾਂ ਹੇਠ ਆਉਣਾ, ਫੌਜ ਦੇ ਵਿੱਚ ਸ਼ਾਮਲ ਹੋਣਾ, ਤੇ ਉਹਨਾਂ ਨੂੰ ਖੁੱਲ੍ਹਾ ਸੱਦਾ ਹੈ। ਜਿਵੇਂ ਫੌਜ ਦੇ ਵਿੱਚ ਭਰਤੀ ਖੁੱਲ੍ਹੀ ਜਾਂਦੀ ਹੈ ਨਾ, ਉਸੇ ਪ੍ਰਕਾਰ ਇਹਨਾਂ ਲਾਹੌਰ ਵਾਲਿਆਂ ਨੇ, ਤੁਰਕਾਂ ਨੇ ਭਰਤੀ ਖੋਲ੍ਹ ਦਿੱਤੀ ਵੀ ਆਓ ਜਿਹਾਦ ਦੇ ਨਾਂ ਹੇਠ, ਹੈਦਰੀ ਝੰਡੇ ਹੇਠ ਇਕੱਠੇ ਹੋਵੋ, ਇਹਨਾਂ ਸਿੱਖਾਂ ਦੇ ਖਿਲਾਫ ਕਮਰ ਕੱਸ ਕੇ ਤਿਆਰ ਹੋਈਏ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾਈਏ। ਸਾਧ ਸੰਗਤ ਜੀ, ਇਸ ਪ੍ਰਕਾਰ ਹੈਦਰੀ ਝੰਡੇ ਹੇਠ ਬੜੀ ਦੁਨੀਆ ਇਕੱਠੀ ਹੋਣ ਲੱਗੀ ਹੈ। ਖਾਲੀ ਮੁਰਤਜ਼ਾ ਖਾਂ, ਸ਼ਮਸ਼ੇਰ ਖਾਂ ਤੇ ਤਰਾਵੜੀ ਦਾ ਰਹਿਣ ਵਾਲਾ ਇਨਾਇਤ ਉੱਲਾ, ਇਸ ਪ੍ਰਕਾਰ ਇਹ ਕਈ ਕਹਿੰਦੇ ਕਹਾਉਂਦੇ ਜਰਨੈਲ ਇਹ ਇਕੱਠੇ ਹੋਣ ਲੱਗੇ ਹਨ, ਕਈ ਫੌਜਾਂ ਇਕੱਠੀਆਂ ਹੋਣ ਲੱਗੀਆਂ। ਹੁਣ ਜਿਸ ਪ੍ਰਕਾਰ ਇਹ ਸਾਰਾ ਮੁਲਖਈਆ ਇਕੱਠਾ ਹੋ ਕੇ ਸਿੱਖਾਂ ਦੀਆਂ ਟੁਕੜੀਆਂ ਉੱਪਰ ਹਮਲੇ ਕਰਦਾ ਹੈ, ਪਰ ਕਿਵੇਂ ਗੁਰੂ ਮਹਾਰਾਜ ਜੀ ਆਪਣੇ ਪੰਥ ਖਾਲਸੇ ਦੀ ਲਾਜ ਰੱਖਦੇ ਨੇ, ਉਸ ਕਥਾ ਨੂੰ ਸਰਵਣ ਕਰੀਏ, ਆਪਣੀਆਂ ਮਨੋਬਿਰਤੀਆਂ ਗੁਰੂ ਪੰਥ ਖਾਲਸੇ ਦੇ ਚਰਨਾਂ ਵਿੱਚ ਟਿਕਾਈਏ। ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧ ਸੰਗਤ ਜੀ, ਇਸ ਹੈਦਰੀ ਝੰਡੇ ਦੇ ਨਾਂ ਹੇਠ, ਜਿਹਾਦ ਦੇ ਨਾਰੇ ਥੱਲੇ ਬਾਦਸ਼ਾਹ ਅਕਬਰ ਦਾ ਇੱਕ ਦੀਵਾਨ ਸੀ, ਜਿਹਦਾ ਨਾਂ ਹੈ ਟੋਡਰ ਮੱਲ। ਇੱਕ ਟੋਡਰ ਮੱਲ ਤਾਂ ਉਹ ਨੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸੰਸਕਾਰ ਲਈ ਜਗ੍ਹਾ ਮੁੱਲ ਖਰੀਦੀ, ਪਰ ਇੱਕ ਜਿਹੜਾ ਆਹ ਟੋਡਰ ਮੱਲ ਹੈ, ਇਹ ਬਾਦਸ਼ਾਹ ਅਕਬਰ ਦਾ ਦੀਵਾਨ ਹੋਇਆ ਹੈ। ਤੇ ਇਸ ਨੇ ਭਾਸ਼ਾ ਵੀ ਬਣਾਈ ਫਾਰਸੀ ਦੇ ਵਿੱਚ, ਜੋ ਹੁਣ ਤੱਕ ਬਹੀ ਖਾਤਿਆਂ ਦੇ ਵਿੱਚ, ਪਟਵਾਰਖਾਨੇ ਦੇ ਵਿੱਚ ਉਹ ਲਿਖੀ ਪੜ੍ਹੀ ਜਾਂਦੀ ਹੈ। ਇਸ ਪ੍ਰਕਾਰ ਇਹ ਦੀਵਾਨ ਟੋਡਰ ਮੱਲ ਅਕਬਰ ਦਾ, ਇਹ ਵੀ ਇਸ ਜਿਹਾਦ ਦੇ ਵਿੱਚ ਆਇਆ ਹੈ। ਤੇ ਫਿਰ ਟੋਡਰ ਮੱਲ ਇਕੱਲਾ ਨਹੀਂ ਆਇਆ, ਇਹਦਾ ਪੁੱਤਰ ਵੀ ਆਇਆ ਪਹਾੜ ਮੱਲ। ਅੱਗੋਂ ਪਹਾੜ ਮੱਲ ਆਪਣੇ ਪੁੱਤਰ ਨੂੰ ਲੈ ਕੇ ਆਇਆ। ਟੋਡਰ ਮੱਲ ਦਾ ਪੋਤਰਾ ਵੀ ਇਸ ਜਿਹਾਦ ਦੇ ਥੱਲੇ ਇਕੱਠਾ ਹੋਇਆ ਹੈ। ਤੇ ਕਹਿੰਦੇ ਉਹਨਾਂ ਦੀ ਵੀ ਸ਼ਾਮਤ ਆਈ ਹੋਈ ਸੀ, ਕਿਧਰੇ ਆ ਤਾਂ ਰਹੇ ਸੀ ਇਕੱਠੇ ਹੋ ਕੇ ਵੀ ਸਿੱਖਾਂ ਨੂੰ ਫੜਾਂਗੇ, ਪਰ ਇਹ ਨਹੀਂ ਪਤਾ ਕਿ ਉਹਨਾਂ ਦੀ ਆਪਣੀ ਸ਼ਾਮਤ ਨੇੜੇ ਆ ਰਹੀ ਹੈ। ਤੇ ਉਹਨਾਂ ਨੇ ਵੀ ਇਸ ਜਿਹਾਦੀਆਂ ਦੇ ਵਿੱਚ ਆ ਕੇ ਡੇਰਾ ਲਾਇਆ, ਉਹ ਵੀ ਭਰਤੀ ਹੋ ਗਏ ਫੌਜ ਵਿੱਚ। ਤੇ ਇਹਨਾਂ ਨੇ ਐਲਾਨ ਕਰ ਦਿੱਤਾ, ਬਾਦਸ਼ਾਹ ਅਕਬਰ ਦੇ ਦੀਵਾਨ ਰਹੇ ਸਨ, ਤੇ ਕਹਿੰਦੇ ਵੀ ਜਿਹਦੇ ਕੋਲ ਖਰਚਾ ਨਾ ਹੋਵੇ, ਕਿਸੇ ਕੋਲ ਘੋੜੀ ਨਹੀਂ, ਗੱਡਾ ਨਹੀਂ, ਹਥਿਆਰ ਨਹੀਂ, ਬੰਦੂਕ ਨਹੀਂ, ਤੇ ਉਹਨੂੰ ਅਸੀਂ ਸਪਲਾਈ ਕਰਾਂਗੇ। ਉਸਨੂੰ ਕਿਸੇ ਨੂੰ ਮਾਇਆ ਦੀ ਲੋੜ ਹੈ ਤੇ ਖਰਚ ਸਾਰਾ
ਉਹ ਸਾਡੇ ਵੱਲੋਂ ਕੀਤਾ ਜਾਵੇਗਾ। ਮੈਂ ਜਿਉਂ ਬੋਲ ਕਹਿਓ ਸੁਣਾਈ, ਸਾਰਿਆਂ ਨੂੰ ਉੱਚੀ ਬੋਲ ਕੇ ਸੁਣਾ ਦਿੱਤਾ ਵੀ ਸਾਰੀਆਂ ਫੌਜਾਂ ਨੂੰ ਖਰਚਾ ਮੈਂ ਦਿਆਂਗਾ, ਸਾਰਿਆਂ ਦੀ ਢਿੱਡ ਪੂਰਤੀ ਮੈਂ ਕਰਾਂਗਾ। ਦੋਹਰਾ ਆਇਓ ਤੋ ਸਵਾਰ ਜੋ ਤਰਬਿਓ 1000। ਤੇ ਉਧਰੋਂ ਦਿੱਲੀ ਤੋਂ ਜਿਹੜਾ ਸਵਾਰ ਚੱਲੇ ਸੀ 1000 ਘੋੜ ਸਵਾਰ, ਉਹ ਜਿਹੜੇ ਚੱਲੇ ਸਨ। ਉਨਕੀ ਮਤ ਗਵਾਏ ਕੇ ਕੀਏ ਜਾਣਦੇ ਉਨਾਰ, ਤੇ ਕਹਿੰਦੇ ਉਹਨਾਂ ਦੀ ਵੀ ਮੱਤ ਮਾਰੀ ਗਈ ਸੀ ਕਿਧਰ, ਤੇ ਉਹ ਵੀ ਜਮਨਾ ਤੋਂ ਪਾਰ ਆ ਕੇ ਇੱਧਰ ਨੂੰ ਆਏ ਨੇ ਪੰਜਾਬ ਵੱਲ। ਲਓ ਪਈ ਨਵਾਬ ਖਾਤਰਨ ਤੋਂ ਪੈਂਦਈ, ਤੇ ਨਵਾਬ ਨੇ ਤੋਪਾਂ ਦਿੱਤੀਆਂ ਉਹਨੂੰ। ਨਵਾਬ ਖਾਤਰ ਵੀ ਜਿਹੜਾ ਲਾਹੌਰ ਦਾ ਨਵਾਬ ਹੈ ਭਾਈ, ਉਹਦੀ ਮਦਦ ਕਰਨੀ ਹੈ ਤੇ ਤੋਪਾਂ ਲੈ ਜਾਓ। ਤੇ ਨਾਲ 1000 ਅਸਵਾਰ ਤੇ ਤੋਪਾਂ ਵੀ ਨਾਲ ਦਿੱਤੀਆਂ। ਜੰਬੂਰ ਖਾਨੋਂ ਦੇਉ ਭਲਾਈ, ਤੇ ਫਿਰ ਜਿਹੜੀਆਂ ਛੋਟੀਆਂ ਤੋਪਾਂ ਹੁੰਦੀਆਂ ਨਾ, ਊਂਠਾਂ ਤੇ ਰੱਖ ਕੇ ਚਲਾਈਆਂ ਜਾਂਦੀਆਂ, ਉਹਨਾਂ ਨੂੰ ਜੰਬੂਰਾਂ ਆਖਦੇ ਨੇ। ਪੂਰੇ ਦਾ ਪੂਰਾ ਜੰਬੂਰ ਖਾਨਾ ਉਹ ਵੀ ਨਾਲ ਦੇ ਦਿੱਤਾ। ਜਿਸ ਜਿਸ ਹਿੰਮਤ ਜਾਣਾ ਤੇ ਹੋਏ, ਕਹਿੰਦੇ ਜਿਹਦੇ ਵਿੱਚ ਹਿੰਮਤ ਹੈ ਭਾਈ, ਉਹ ਵੀ ਨਾਲ ਚੱਲ ਜਾਓ, ਸਿੱਖਾਂ ਦਾ ਖੁਰਾ ਖੋਜ ਮਟਾਉਣਾ ਹੈ। ਦੇਸ ਤੇ ਚੜ੍ਹੈ ਹਵੈ ਚਾਕਰ ਮੋਹੇ, ਤੇ ਚਾਹੇ ਘੋੜਿਆਂ ਤੇ ਚੜੋ, ਚਾਹੇ ਪਿਆਦੇ ਬਣ ਕੇ ਪੈਦਲ ਹੀ ਭੱਜੋ, ਤੇ ਸਾਰੇ ਜਾ ਕੇ ਸ਼ਾਮਲ ਹੋਵੋ ਹੈਦਰੀ ਝੰਡੇ ਥੱਲੇ। ਮੁਸਲਮਾਨੀ ਬਹੁ ਆਈ ਵੱਲ, ਇਸ ਪ੍ਰਕਾਰ ਬੜੇ ਮੁਸਲਮਾਨ ਇਕੱਠੇ ਹੋਏ, ਬੱਲਾਂ ਦੇ ਬੱਲ, ਪਿੰਡਾਂ ਦੇ ਪਿੰਡਾਂ ਵਿੱਚੋਂ ਮੁਸਲਮਾਨ ਚੜ੍ਹ ਕੇ ਆਏ ਹਨ। ਅਲੀ ਅਲੀ ਕਹਿ ਭਈ ਰਲ, ਬੜੀ ਉੱਚੀ ਆਵਾਜ਼ ਦੇ ਵਿੱਚ ਮਾਰ ਲਓ ਆਖਦੇ ਨੇ। ਯਾ ਅਲੀ ਦੇ ਨਾਰੇ ਲੱਗਦੇ ਨੇ। ਅੱਲਾਹੂ ਅਕਬਰ ਦੀਆਂ ਆਵਾਜ਼ਾਂ ਆਉਂਦੀਆਂ ਹਨ। ਕਈ ਝੰਡਿਓ ਕਈ ਨਿਸ਼ਾਨ, ਤੇ ਆਪੋ ਆਪਣੇ ਝੰਡੇ ਲੈ ਕੇ ਆਏ। ਕਿਸੇ ਦਾ ਕਾਲਾ ਝੰਡਾ, ਕਿਸੇ ਦਾ ਹਰਾ ਝੰਡਾ, ਕਿਸੇ ਦੇ ਵਿੱਚ ਤਾਰਾ ਲੱਗਾ ਹੋਇਆ, ਕਿਸੇ ਦੇ ਵਿੱਚ ਅਰਧ ਚੰਦਰਮਾ ਬਣਿਆ। ਜਿਹੜੇ ਇਸਲਾਮੀ ਮੱਤ ਦੇ ਝੰਡੇ ਹੁੰਦੇ ਨੇ, ਆਪੋ ਆਪਣੇ ਝੰਡੇ ਤੇ ਆਪੋ ਆਪਣੇ ਨਗਾਰੇ ਲੈ ਕੇ ਆਏ ਹਨ। ਆਏ ਇਕੱਤਰ ਹੋਏ ਅੱਧ ਜਹਾਨ, ਤੇ ਕਹਿੰਦੇ ਇਸ ਪ੍ਰਕਾਰ ਕਿੱਥੋਂ ਤੱਕ ਆਖੀਏ, ਅੱਧਾ ਜਹਾਨ, ਅੱਧਾ ਮੁਲਖਈਆ ਇਕੱਠਾ ਹੋ ਗਿਆ ਸੀ। ਸਿੰਘ ਨਹੀਂ ਆਟੇ ਮਦ ਲੂਣ, ਤੇ ਸਿੰਘ ਤਾਂ ਆਟੇ ਦੇ ਵਿੱਚ ਲੂਣ ਦੇ ਸਮਾਨ ਸਨ। ਇਹਨਾਂ ਮੁਲਖਈਆਂ ਦੀ ਗਿਣਤੀ ਬਹੁਤੀ ਸੀ, ਆਟੇ ਦੇ ਸਮਾਨ ਸੀ, ਤੇ ਸਿੰਘ ਆਟੇ ਦੇ ਵਿੱਚ ਲੂਣ ਦੀ ਨਿਆਈ ਹਨ। ਜਾਇ ਲੁਕ ਬਚੈ ਨਾ ਲੱਭੈ ਸਕੂਨ, ਹੁਣ ਸਿੰਘਾਂ ਨੂੰ ਲੁਕਣ ਦੇ ਲਈ ਕੋਈ ਜਗ੍ਹਾ ਨਹੀਂ ਲੱਭਦੀ ਕਿ ਕਿੱਥੇ ਜਾ ਕੇ ਲੁਕੀਏ, ਕਿੱਥੇ ਜਾ ਕੇ ਡੰਗ ਟਪਾਈਏ। ਤੁਰਕ ਆਂਦੀ ਸਿੰਘ ਨਾਹੀ ਬਰੋਲੈ, ਤੇ ਤੁਰਕ ਹਨੇਰੀ ਦੇ ਸਮਾਨ ਚੜੇ ਆ ਰਹੇ ਨੇ। ਢੰਡੋਰਾ ਪਟਵਾ ਦਿੱਤਾ ਨਾ ਵੀ ਜਿਹਾਦ ਸ਼ੁਰੂ ਹੋ ਗਿਆ, ਇਸਲਾਮ ਖਤਰੇ ਦੇ ਵਿੱਚ, ਆ ਜਾਓ ਜਿਹਨੇ ਲੜਨਾ ਮਰਨਾ। ਇਸ ਪ੍ਰਕਾਰ ਜਿਹੜੇ ਤੁਰਕ ਹਨੇਰੀ ਦੀਆਂ ਨਿਆਈਆਂ ਤੇ ਸਿੰਘ ਵਾਗ ਰੋਲੇ ਦੇ ਸਮਾਨ ਹਨ। ਜਿਮ ਕਰ ਸਿੰਘਨ ਹੱਥ ਨਾ ਖੁੱਲੈ, ਤੇ ਸਿੰਘਾਂ ਨੇ ਵੀ ਫੇਰ ਆਪਣੇ ਹੱਥ ਨਹੀਂ ਖੋਲੇ ਵੀ ਸਾਡੀ ਗਿਣਤੀ ਥੋੜੀ ਹੈ ਤੇ ਉਹਨਾਂ ਦੀ ਵੱਧ ਹੈ, ਕਿੰਨਿਆਂ ਕੁ ਨੂੰ ਮਾਰਾਂਗੇ, ਕਿੰਨਿਆਂ ਕੁ ਦੇ ਨਾਲ ਲੜਾਂਗੇ। ਹੁਣ ਤਲਵਾਰਾਂ ਦੇ ਸਾਹਮਣੇ ਤੋਪਾਂ ਤੇ ਮੇਲ ਤਾਂ ਨਹੀਂ ਨਾ ਖਾਂਦਾ, ਕਿੱਥੇ ਤੋਪਾਂ ਦੇ ਗੋਲੇ ਤੇ ਕਿੱਥੇ ਤਲਵਾਰਾਂ, ਇਹਨਾਂ ਦਾ ਕੋਈ ਮੇਲ ਨਹੀਂ ਬਣਦਾ। ਬਹੁਤ ਸਿਉ ਕਿਆ ਤੋਰੇ ਕਰੈ, ਤੇ ਕਹਿੰਦੇ ਖਾਲਸਾ ਜੀ ਆਪਾਂ ਹਾਂ ਥੋੜੇ ਗਿਣਤੀ ਦੇ ਵਿੱਚ ਤੇ ਤੁਰਕ ਨੇ ਬਹੁਤੇ। ਤੇ ਬਾਣੀ ਦੇ ਵਿੱਚ ਵੀ ਲਿਖਿਆ ਵਕਤ ਵਿਚਾਰੇ ਸੋ ਬੰਦਾ ਹੋਏ। ਬੰਦਾ ਉਹੀ ਹੈ ਜਿਹੜਾ ਵਕਤ ਦੀ ਵਿਚਾਰ ਕਰੀ। ਇਸ ਕਰਕੇ ਆਪਾਂ ਹੁਣ ਡੰਗ ਟਪਾਈਏ, ਕਿਤੇ ਲੁਕ ਛਿਪ ਕੇ ਬੈਠੇ ਰਹੀਏ। ਵਕਤ ਦੇਖ ਸਿੰਘ ਜਾਵੈ ਡਰੈ, ਹਾਂ, ਸਿੰਘ ਸੋਚਦੇ ਨੇ ਵੀ ਸਮਾਂ ਇਹਨਾਂ ਦਾ ਕੋਈ ਗੱਲ ਨਹੀਂ, ਸਮਾਂ ਇੱਕੋ ਜਿਹਾ ਤਾਂ ਨਹੀਂ ਨਾ ਰਹਿੰਦਾ, ਬਦਲ ਜਾਵੇਗਾ, ਕਦੇ ਸਾਡਾ ਵੀ ਸਮਾਂ ਆਵੇਗਾ। ਭਈ ਸਿੰਘਨ ਕੀ ਔਖੀ ਗੱਲ, ਇਸ ਪ੍ਰਕਾਰ ਸਿੰਘਾਂ ਦੇ ਲਈ ਬੜਾ ਔਖਾ ਸਮਾਂ ਆ ਗਿਆ। ਪੱਤਾ ਪੱਤਾ ਉਸ ਵੇਲੇ ਸਿੰਘਾਂ ਦਾ ਵੈਰੀ ਬਣ ਚੁੱਕਾ ਹੈ। ਬਚੈ ਪਾਜੈ ਭਾਰੋ ਝੱਲ, ਤੇ ਕਹਿੰਦੇ ਸਿੰਘ ਕਿੱਥੇ ਜਾ ਕੇ ਬਚਣ, ਅੰਤ ਨੂੰ ਸਿੰਘ ਝਲਾਂ ਦੇ ਵਿੱਚ ਵੜ ਕੇ ਉੱਤੇ ਪਹੁੰਚ ਗਏ। ਨੋਹਰਾ ਤੋ ਸਿੰਘ ਨਟ ਕਰ ਤਨ ਬਹਿ, ਕਹੀਂ ਹੋਗਾ ਝੱਲ ਸਕਾਏ। ਸਿੰਘ ਭੱਜ ਕੇ ਗਏ ਨੇ ਜਿੱਥੇ ਇੱਕ ਬੜੀ ਵੱਡੀ ਝੱਲ ਸੀ, ਪਾਣੀ ਦੀ ਝੀਲ ਸੀ, ਉੱਥੇ ਜਾ ਕੇ ਸਿੰਘ ਲੁਕੇ ਹਨ। ਬਾਹਨੂੰ ਆਣੇ ਸੰਭ ਢਿੱਕ, ਵਾਸ ਮਸੀ ਤੁਨ ਖਾਹੇ। ਸਾਰ ਸੰਗਤ ਜੀ ਉਸ ਝੀਲ ਦਾ, ਉਸ ਇਲਾਕੇ ਦਾ ਨਾਮ ਹੈ ਕਾਹਨੂੰਵਾਨ। ਤੇ ਸਿੰਘਾਂ ਦਾ ਡੇਰਾ ਵੀ ਰਿਹਾ ਪੱਕਾ। ਕਾਹਨੂੰਵਾਨ ਦੀ ਛੰਭ, ਜਿਵੇਂ ਲੱਖੀ ਜੰਗਲ, ਕਾਹਨੂੰਵਾਨ ਦੀ ਛੰਭ, ਇਹ ਸਿੰਘਾਂ ਦੇ ਟਿਕਾਣੇ ਰਹੇ ਨੇ। ਕਹਿੰਦੇ ਇੱਥੇ ਆ ਕੇ ਸਿੰਘ ਲੁਕ ਗਏ। ਆਲੇ ਦੁਆਲੇ ਇੱਥੇ ਜੰਡ ਕਰੀਰ, ਬੜੇ ਕੰਡਿਆਲੇ ਸੰਘਣੇ ਜੰਗਲ ਸਨ, ਤੇ ਤੁਰਕਿੰਦਰ ਨੂੰ ਮੂੰਹ ਨਹੀਂ ਸੀ ਕਰਦੇ।
ਤੇ ਸਿੰਘ ਉੱਥੇ ਜਾ ਕੇ ਚਲੇ ਗਏ। ਵਿਚਕਾਰ ਪਾਣੀ ਦੀ ਝੀਲ ਜੀ ਸੀ ਇੱਕ, ਤੇ ਉੱਥੇ ਕਿਨਾਰੇ ਦੇ ਕੋਲ ਰਹਿ ਕੇ ਸਿੰਘ ਉਸ ਝੀਲ ਦੇ ਵਿੱਚੋਂ ਜਾਨਵਰ, ਉਹ ਮੱਛੀ ਉਹ ਕੱਢ ਕੇ ਭੁੰਨ ਕੇ ਖਾਂਦੇ। ਜੰਗਲ ਦੇ ਵਿੱਚੋਂ ਕੋਈ ਸ਼ਿਕਾਰ ਮਾਰ ਕੇ ਕੱਚਾ ਪੱਕਾ ਮਾਸ ਭੁੰਨ ਕੇ ਸਿੰਘਾਂ ਨੂੰ ਖਾਣਾ ਪੈਂਦਾ। ਉਸ ਵੇਲੇ ਹਾਲਾਤ ਇਹੋ ਜਿਹੇ ਬਣ ਚੁੱਕੇ ਸਨ। ਹੁਣ ਜਿੱਧਰ ਇਹ ਖੁਦਾਈਆਂ ਦੇ ਲੋਕ, ਇਹ ਖੁਦਾ ਪ੍ਰਸਤ, ਇਹ ਮੁਸਲਮਾਨੀ ਲੋਕ, ਇਹ ਜਿੱਧਰ ਨੂੰ ਜਾਂਦੇ ਹਨ ਤੇ ਪਿੰਡਾਂ ਪਿੰਡਾਂ ਦੇ ਵਿੱਚ ਨਾ ਸਿੱਖਾਂ ਤਾਂ ਲੱਭਦੇ ਨਹੀਂ ਕੋਈ ਇਹਨਾਂ ਨੂੰ। ਤੇ ਇਹਨਾਂ ਨੇ ਕੀ ਕੀਤਾ, ਹਿੰਦੂਆਂ ਦੇ ਉੱਪਰ ਜਾ ਕੇ ਢਿੰਗੋ ਜੋਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਉੱਪਰ ਆਪਣਾ ਜ਼ੋਰ ਚਲਾਉਂਦੇ, ਧੱਕਾ ਕਰਦੇ, ਉਹਨਾਂ ਨੂੰ ਜਾ ਕੇ ਕੁੱਟਦੇ, ਹਿੰਦੂਆਂ ਦੇ ਉੱਪਰ ਆਪਣਾ ਗੁੱਸਾ ਕੱਢਦੇ ਨੇ। ਤੇ ਕਹਿੰਦੇ ਜਾ ਕੇ ਗਊਆਂ ਵੱਢ ਕੇ ਮਾਰ ਦਿੰਦੇ ਨੇ, ਮੰਦਰਾਂ ਦੇ ਵਿੱਚ ਗਊਆਂ ਨੂੰ ਸੁੱਟ ਦਿੰਦੇ ਨੇ, ਬ੍ਰਾਹਮਣਾਂ ਪੰਡਤਾਂ ਦੇ ਸਾਹਮਣੇ ਗਊਆਂ ਨੂੰ ਮਾਰਦੇ ਨੇ, ਪੰਡਤਾਂ ਦੇ ਜਨੇਊ ਲਾਉਂਦੇ ਨੇ, ਉਹਨਾਂ ਦੀ ਬੇਹੁਰਮਤੀ ਕਰਦੇ ਨੇ। ਇੱਥੋਂ ਤੱਕ ਕਿ ਹਿੰਦੂਆਂ ਦੇ ਘਰੇ ਵੜ ਕੇ ਉਹਨਾਂ ਦੀ ਬਹੂ ਬੇਟੀਆਂ ਦੀ ਪੱਤ ਰੋਲਦੇ ਨੇ। ਇਸ ਪ੍ਰਕਾਰ ਇਹ ਪਾਪੀ ਕਰਦੇ ਹਨ ਤੇ ਕਿਸੇ ਤੋਂ ਵੀ ਟਲਦੇ ਨਹੀਂ। ਕੋਈ ਬੇਨਤੀਆਂ ਕਰਦਾ, ਕੋਈ ਬ੍ਰਾਹਮਣ ਪੰਡਤ ਜੀ ਨਾ ਮਾਰੋ, ਗਊਆਂ ਨੂੰ ਨਾ ਮਾਰੋ, ਮੇਰੀ ਬੱਚੀ ਨੂੰ ਨਾ ਮਾਰੋ, ਮੇਰਾ ਗਲਾ ਵੱਢ ਦਿਓ, ਪਰ ਤਾਂ ਵੀ ਇਹ ਹਟਦੇ ਨਹੀਂ, ਇਹ ਟਲਦੇ ਨਹੀਂ। ਲੋਕ ਮਾਝੇ ਦੇ ਬਹੁ ਸੰਤਾਏ। ਇਸ ਪ੍ਰਕਾਰ ਜਿੰਨੇ ਮਾਝੇ ਦੇ ਪਿੰਡ ਸਨ, ਉੱਥੇ ਜਿੰਨੀ ਹਿੰਦੂ ਆਬਾਦੀ ਸੀ ਮਾਝੇ ਦੇ ਵਿੱਚ, ਇਹਨਾਂ ਨੇ ਸਾਰਿਆਂ ਨੂੰ ਦੁੱਖ ਦਿੱਤਾ ਹੈ। ਉਹ ਕਹਿੰਦੇ ਇਹਨਾਂ ਨੇ ਜ਼ਰੂਰ ਆਪਣੇ ਬੱਚੇ ਨਾ ਸਿੱਖਾਂ ਵਿੱਚ ਸ਼ਾਮਲ ਕੀਤੇ। ਇਹਨਾਂ ਨੇ ਜ਼ਰੂਰ ਆਪਣੇ ਟੱਬਰ ਚੋਂ ਇੱਕ ਇੱਕ ਬੱਚਾ ਸਿੱਖ ਬਣਾਇਆ, ਉਸ ਨੂੰ ਖਾਲਸਾ ਬਣਾਇਆ, ਉਸ ਨੂੰ ਅੰਮ੍ਰਿਤ ਛਕਾਇਆ। ਇਸ ਕਰਕੇ ਇਹ ਹਿੰਦੂ ਵੀ ਬਰਾਬਰ ਦੇ, ਇਹ ਵੀ ਹਿੱਸੇਦਾਰ ਨੇ, ਇਹਨਾਂ ਨੂੰ ਵੀ ਚੁਣ ਚੁਣ ਕੇ ਮਾਰਦੇ। ਤੇ ਕਹਿੰਦੇ ਹਾਂ ਇਹਨਾਂ ਨੇ ਨਾ ਆਪਣਾ ਇੱਕ ਇੱਕ ਟੱਬਰ ਦੇ ਵਿੱਚੋਂ ਬੱਚਾ ਸਿੱਖਾਂ ਦੇ ਜਥੇ 'ਚ ਸ਼ਾਮਲ ਕੀਤਾ, ਤੇ ਉਹ ਸਿੱਖ ਲੁੱਟ ਕੇ ਲਿਆਉਂਦੇ ਨੇ, ਲੁੱਟਾਂ ਮਾਰਾਂ ਕਰਦੇ ਨੇ ਸਾਨੂੰ, ਤੇ ਇਹਨਾਂ ਨੂੰ ਲਿਆ ਕੇ ਦਿੰਦੇ। ਇਹ ਘਰਾਂ ਦੇ ਵਿੱਚ ਬੈਠੇ ਖਾਈ ਜਾਂਦੇ ਨੇ ਤੇ ਆਖਦੇ ਜੀ ਅਸੀਂ ਹਿੰਦੂ ਹਾਂ। ਇਹ ਵੀ ਬਰਾਬਰ ਦੇ ਹਿੱਸੇਦਾਰ ਨੇ। ਇਸ ਕਰਕੇ ਹਿੰਦੂਆਂ ਨੂੰ ਵੀ ਮਾਰਿਆ ਕੁੱਟਿਆ ਜਾਂਦਾ। ਇਸ ਪ੍ਰਕਾਰ ਹਿੰਦੂ ਜਨਤਾ ਉਹ ਬੜੀ ਅੱਕੀ ਹੋਈ ਸੀ ਇਹਨਾਂ ਦੇ ਸ਼ਿਕਾਰ ਤੋਂ, ਇਹਨਾਂ ਤੁਰਕਾਂ ਦੇ ਜ਼ੁਲਮ ਤੋਂ। ਜਦੋਂ ਪੂਰੇ ਮਾਝੇ ਦੇ ਵਿੱਚ ਖਲਬਲੀ ਮਚ ਗਈ, ਕੋਹਰਾਮ ਮਚ ਗਿਆ, ਤੇ ਸਿੰਘਾਂ ਨੇ ਇਹ ਗੱਲਾਂ ਸੁਣੀਆਂ ਹਨ। ਤੇ ਸਿੰਘ ਬੈਠੇ ਨੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਖਾਲਸਾ ਜੀ ਆਪਾਂ ਇੱਥੇ ਜੰਗਲਾਂ ਦੇ ਵਿੱਚ ਲੁਕ ਕੇ ਬੈਠੇ ਹਾਂ, ਧਰਕਾਰ ਹੈ ਸਾਡੇ ਜੀਵਨ ਦੇ ਉੱਤੇ। ਉੱਥੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਸਾਡੇ ਮਾਂ-ਬਾਪ ਨੂੰ ਦੁੱਖ ਦਿੱਤੇ ਜਾ ਰਹੇ ਨੇ, ਸਾਡੇ ਬਾਪੂ ਨੂੰ ਕੁੱਟਿਆ ਜਾ ਰਿਹਾ, ਉਹਦੀ ਪੱਗ ਰੋਲੀ ਜਾ ਰਹੀ ਹੈ, ਸਾਡੇ ਪਰਿਵਾਰ ਵਾਲਿਆਂ ਨੂੰ ਕੁੱਟਿਆ ਜਾ ਰਿਹਾ, ਤੇ ਆਪਾਂ ਜੰਗਲਾਂ ਵਿੱਚ ਲੁਕ ਕੇ ਬੈਠੇ ਹਾਂ। ਖਾਲਸਾ ਜੀ ਸਾਡੇ ਜੀਵਨ ਨੂੰ ਤਾਂ ਧਰਕਾਰ ਹੈ। ਇਹ ਵੇਖ ਕੇ ਸਿੰਘਾਂ ਨੇ ਹੁਣ ਮਤਾ ਪਕਾਇਆ ਹੈ। ਤੇ ਸਿੰਘ ਕਹਿੰਦੇ ਵੀ ਹੱਲਾ ਕਰੀਏ, ਤੁਰਕਾਂ ਨੂੰ ਹੱਥ ਦਿਖਾਈਏ। ਮਤਾ ਕਿਤੇ ਇਹ ਤੁਰਕ ਸੋਚਣ ਕਿ ਸਿੱਖ ਡਰ ਗਏ ਨੇ। ਇੰਨਾ ਮਲਖਈਆ ਜਿਹਾਦ ਵੇਖ ਕੇ ਸਿੰਘ ਲੁਕ ਛਿਪ ਗਏ ਨੇ। ਤੇ ਹੁਣ ਸਿੰਘਾਂ ਨੇ ਗੁਰੀਲਾ ਯੁੱਧ ਨੀਤੀ ਦੇ ਨਾਲ ਕੰਮ ਲਿਆ। ਰਾਤ ਦਿਨ ਤੁਰਕਾਂ ਨੂੰ ਤੰਗ ਕਰਦੇ ਨੇ, ਕਿਤੇ ਤੁਰਕਾਂ ਦੀ ਟੋਲੀ ਜਾਣੀ, ਸਿੰਘਾਂ ਨੇ ਲੁੱਟ ਲਿਆਉਣੀ। ਇੱਕਦਮ ਝਪੱਟਾ ਮਾਰ ਕੇ ਭੱਜ ਜਾਂਦੇ ਤੇ ਮੁੜ ਕੇ ਫੇਰ ਆ ਜਾਂਦੇ। ਗੁਰੀਲਾ ਯੁੱਧ ਨੀਤੀ ਦੇ ਵਾਰ ਨਾਲ ਸਿੰਘ ਵਾਰ ਕਰਦੇ ਨੇ। ਤੇ ਰਾਹ ਦੇ ਵਿੱਚ ਉਹਨਾਂ ਨੂੰ ਚੱਲਣ ਨਹੀਂ ਸੀ ਦਿੰਦੇ। ਜੇ ਕਿਤੇ ਤੁਰਕਾਂ ਦੀ ਟੋਲੀ ਕਿਤੇ ਜਾ ਰਹੀ ਹੁੰਦੀ ਲਾਹੌਰ ਵੱਲ, ਸਿੰਘ ਰਾਹ ਦੇ ਵਿੱਚ ਖੜੇ ਹੋ ਜਾਂਦੇ, ਲੁਕ ਛਿਪ ਕੇ ਵਾਰ ਕਰਦੇ। 50 ਸਵਾਰ ਘੋੜੇ ਆਉਂਦੇ, ਉਹ ਮਾਰ ਕੇ ਚਲੇ ਜਾਂਦੇ। ਤੁਰਕ ਉਹਨਾਂ ਦੇ ਪਿੱਛੇ ਜਾਂਦੇ, ਉਧਰੋਂ ਝਾੜੀਆਂ ਵਿੱਚੋਂ 50 ਹੋਰ ਨਿਕਲੇ ਆਉਂਦੇ ਘੋੜਸਵਾਰ। ਇਵੇਂ ਇੱਕ ਇੱਕ ਜੱਥਾ ਇਹਨਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਦਾ ਤੁਰਕਾਂ ਦੇ। ਤੇ ਜਿਵੇਂ ਜਿਵੇਂ ਸਿੰਘ ਇਹਨਾਂ ਨੂੰ ਲੱਭ ਲੱਭ ਕੇ ਮਾਰਦੇ ਹਨ, ਤੇ ਫੇਰ ਇਹ ਤੁਰਕ ਹੋਰ ਜ਼ਿਆਦਾ ਗੁੱਸੇ ਵਿੱਚ ਆਉਂਦੇ।
ਇਹ ਸਿੱਖਾਂ ਦੇ ਘਰਾਂ ਦੇ ਵਿੱਚ ਹੋਰ ਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ। ਜਿਸ ਕੋ ਸੋਚ ਉਨ ਕੋ ਭਈ ਪਈ। ਤੇ ਕਹਿੰਦੇ ਭਾਈ ਇਹ ਸਿੱਖ ਹਜੇ ਵੀ ਨਹੀਂ ਟਲਦੇ, ਹਜੇ ਵੀ ਸਾਡੇ ਨੱਕ ਦੇ ਵਿੱਚ ਦਮ ਕਰਕੇ ਰੱਖਦੇ ਹਨ। ਵੜਨ ਲਾਹੌਰ ਉਹਨੇ ਦੁਸ ਭਈ। ਤੇ ਲਾਹੌਰ ਵੜਨਾ ਵੀ ਸਿੱਖਾਂ ਨੇ ਔਖਾ ਕਰ ਦਿੱਤਾ ਤੁਰਕਾਂ ਦਾ। ਦਰਵਾਜ਼ਿਆਂ ਤੇ ਬੈਠ ਕੇ ਸਿੰਘ ਜਾ ਕੇ ਝਾੜੀਆਂ ਵਿੱਚ ਲੁਕ ਛਿਪ ਕੇ ਵੀ ਜਿਹੜਾ ਕੋਈ ਲੰਘੇ ਇਸ ਰਸਤੇ ਤੋਂ, ਉਹ ਜਿਹੜਾ ਸ਼ੇਰਸ਼ਾਹ ਸੂਰੀ ਮਾਰਗ ਬਣਾਇਆ ਜੀਟੀ ਰੋਡ ਜਿਹੜਾ ਲੰਘਦਾ ਸੀ ਅੱਗੇ ਤੱਕ, ਸਿੰਘ ਉੱਥੇ ਜਾ ਕੇ ਲੁਕ ਜਾਂਦੇ। ਜਿਹੜਾ ਕੋਈ ਰਸਤੇ ਦੇ ਵਿੱਚੋਂ ਲੰਘਦਾ ਤੁਰਕ ਉਸੇ ਪਾਪੀ ਨੂੰ ਮਾਰ ਗਿਰਾਉਂਦੇ। ਇਸ ਪ੍ਰਕਾਰ ਸਿੰਘ ਨੇੜੇ ਤੱਕ ਢੁਕ ਚੁੱਕੇ ਹਨ। ਜੋਹੇ ਲਏ ਪੈ ਤੁਰਕ ਦੇ ਸਾਰੇ। ਤੇ ਤੁਰਕਾਂ ਨੇ ਵੇਖ ਲਿਆ ਵੀ ਸਿੱਖ ਏਦਾਂ ਤਾਂ ਸਾਡੇ ਤੋਂ ਕਾਬੂ ਨਹੀਂ ਆਉਂਦੇ। ਜਬ ਸਿੰਘ ਹੁਣ ਕਹਿਲ ਦਵਾਹੇ। ਤੇ ਸਿੰਘ ਜਦੋਂ ਇੱਕਦਮ ਹੱਲਾ ਕਰਦੇ ਨੇ ਇਹਨਾਂ ਤੁਰਕਾਂ ਦੇ ਉੱਤੇ, ਸਿੰਘ ਵੜ ਲੋਕਾਂ ਝਾੜ ਝੁੰਡ ਮਾਰੇ। ਇੱਕਦਮ ਝਪੱਟਾ ਮਾਰ ਕੇ ਸਿੰਘ ਖੜੇ ਨਹੀਂ ਰਹਿੰਦੇ, ਇੱਕਦਮ ਭੱਜ ਜਾਂਦੇ ਨੇ, ਇੱਕਦਮ ਭੱਜ ਜਾਂਦੇ ਨੇ। ਸਾਧ ਸੰਗਤ ਜੀ ਇਹ ਕਹਾਵਤਾਂ ਬਣੀਆਂ ਤੇ ਇਹ ਸਿਖਾਇਆ ਵੀ ਜਾਂਦਾ ਜਦੋਂ ਸ਼ਸਤਰ ਵਿੱਦਿਆ ਦੱਸੀ ਜਾਂਦੀ ਨਾ ਵੀ ਕਿੱਦਾਂ ਗੁਰੂ ਕੇ ਸਿੱਖਾਂ ਨੇ ਨੀਤੀ ਚੱਲਣੀ ਆ, ਗੁਰੀਲਾ ਯੁੱਧ ਨੀਤੀ। ਕਹਿੰਦੇ ਖਾ ਕੇ ਭੱਜ ਜਾਓ ਤੇ ਫਿਰ ਜੇ ਆਪਣੇ ਪੈ ਜਾਏ ਤਾਂ ਚੁੱਪ ਆ ਕੇ ਸੋ ਜਾਓ, ਇਸ ਪ੍ਰਕਾਰ ਕਰੋ। ਜੇ ਪੈ ਗਈਆਂ ਤਾਂ ਚੁੱਪ ਘਰੇ ਆ ਕੇ ਸੋ ਜਾਓ, ਕਿਸੇ ਨਾਲ ਦੱਸੋ ਨਾ। ਤੇ ਜੇ ਮਾਰ ਦਿੱਤਾ ਤੇ ਫਿਰ ਭੱਜ ਜਾਓ, ਤੂੰ ਤਾਂ ਖੜੇ ਨਹੀਂ ਰਹਿਣਾ। ਇਸ ਪ੍ਰਕਾਰ ਦੀ ਨੀਤੀ ਵਰਤਦੇ ਸਿੰਘ। ਇੱਕਦਮ ਝਪੱਟਾ ਮਾਰਦੇ ਗੁਰੀਲਾ ਯੁੱਧ ਨੀਤੀ ਨਾਲ। ਤੇ ਜਿਵੇਂ ਗੁਰੀਲਾ ਦਰਖਤਾਂ ਉੱਪਰ ਚੜ ਜਾਂਦਾ ਦੁਬਾਰਾ ਫੇਰ ਆ ਜਾਂਦਾ, ਫੇਰ ਮਾਰ ਕੇ ਝਪੱਟਾ ਜਾਂ ਫੇਰ ਚੜ ਜਾਂਦਾ ਦਰਖਤਾਂ 'ਤੇ। ਸਿੰਘ ਵੀ ਉਵੇਂ ਕਰਦੇ, ਝਪੱਟਾ ਮਾਰਦੇ ਦੁਬਾਰਾ ਫੇਰ ਝਾੜੀਆਂ ਵਿੱਚ ਵੜ ਜਾਂਦੇ ਹਨ। ਝਾੜ ਨਾ ਜਾਏ। ਤੇ ਆ ਜਿਹੜੇ ਤੁਰਕ ਨੇ ਇਹ ਝਾੜਾਂ ਵਿੱਚ ਵੜ ਨਹੀਂ ਸਕਦੇ ਕਿਉਂਕਿ ਕੰਡੇ ਲੱਗੇ ਨੇ, ਬੜੀਆਂ ਸੰਘਣੀਆਂ ਝਾੜੀਆਂ ਨੇ ਤੇ ਜੰਗਲ ਇਹ ਤਾਂ ਸਿੱਖਾਂ ਦੇ ਘਰ ਬਣੇ ਹੋਏ ਨੇ। ਜੋ ਕਿਤ ਬਣਾ ਸਿੰਘ ਮਾਰਨ ਢਾਈ। ਤੇ ਜਿਹੜਾ ਕੋਈ ਇੱਕ ਅੱਧਾ ਵੜਦਾ ਵੀ ਹੈ ਜੀ, ਮੈਂ ਜਾਣਾ ਜੰਗਲ ਦੇ ਵਿੱਚ, ਅੰਦਰ ਤੱਕ ਸੰਘਣਾ ਜੰਗਲ, ਇੰਨਾ ਜ਼ਿਆਦਾ ਸੰਘਣਾ ਹੁੰਦਾ ਕਿ ਸੂਰਜ ਦੀ ਰੋਸ਼ਨੀ ਤੱਕ ਵੀ ਉਹ ਧਰਤੀ ਤੇ ਨਹੀਂ ਸੀ ਪੈਂਦੀ, ਇੰਨੇ ਸੰਘਣੇ ਪੱਤੇ ਸਨ ਉੱਥੇ। ਸਿੰਘ ਅਥੱਕ ਨਿਸ ਦਿਨ ਰਹਿ ਖੜੇ। ਤੇ ਸਿੰਘ ਅਥੱਕ ਰਹਿੰਦੇ ਸੀ, ਕਦੇ ਥੱਕਦੇ ਨਹੀਂ ਸੀ। ਹਰ ਵੇਲੇ ਸਿੰਘ ਤਿਆਰ ਬਰ ਤਿਆਰ ਰਹਿੰਦੇ। ਰਾਤ ਨੂੰ ਵੀ ਮਾਨੋ ਇੱਕ ਅੱਖ ਖੋਲ ਕੇ ਸੌਂਦੇ ਸਨ ਸਿੰਘ। ਕਹਿੰਦੇ ਚਲਤੇ ਸੋਵਾਂ ਖੜਤੇ ਖਾਹੇ। ਖੜੇ ਖੜੇ ਸਿੰਘ ਉਹ ਖਾਂਦੇ ਸੀ, ਚਲਦੇ ਚਲਦੇ ਸੋ ਜਾਂਦੇ ਸੀ। ਇਸ ਪ੍ਰਕਾਰ ਸਿੰਘਾਂ ਦੇ ਹਾਲਾਤ ਸਨ। ਹੋਏ ਚਾਹੇ ਦਿਨ ਰਾਤ ਰਹਿ ਪੜੀ। ਹਾਂ, ਤੇ ਜਿਹੜੇ ਤੁਰਕ ਇਹ ਸੋਚਦੇ ਵੀ ਰਾਤ ਦਿਨ ਸੁੱਤੇ ਰਹੀਏ, ਆਲਸੀ ਸੀ ਨਾ। ਬੜੀਆਂ ਸ਼ਰਾਬਾਂ ਕਬਾਬਾਂ ਦੇ ਦੌਰ ਚੱਲਦੇ, ਲਾਹੌਰ ਤੋਂ ਦਿੱਲੀ ਤੋਂ ਬੜੀ ਮਾਇਆ ਚੜ੍ਹਦੀ। ਤੇ ਕਹਿੰਦੇ ਖਾ ਪੀ ਕੇ ਸੋਏ ਰਹੀਏ ਢਿੱਡ ਵਧਾ ਕੇ। ਤੇ ਸਿੰਘ ਇੱਧਰੋਂ ਤਿਆਰ ਬਰ ਤਿਆਰ ਰਹਿੰਦੇ ਸਨ ਹਰ ਵੇਲੇ। ਇਸ ਪ੍ਰਕਾਰ ਸਿੰਘ ਰਾਤ ਦਿਨ ਇਹਨਾਂ ਦੇ ਨੇੜੇ ਤੇੜੇ ਰਹਿੰਦੇ ਸੀ। ਇਹਨਾਂ ਨੇ ਰਾਤ ਨੂੰ ਸੌਣਾ ਤੰਬੂਆਂ ਦੇ ਵਿੱਚ। ਸਿੰਘਾਂ ਨੇ ਆ ਕੇ ਘੋੜੇ ਖੋਲ ਲੈਣੇ, ਇਹਨਾਂ ਨੇ ਤੰਬੂਆਂ ਨੂੰ ਅੱਗ ਲਾ ਕੇ ਦੁਬਾਰਾ ਫੇਰ ਜੰਗਲ 'ਚ ਵੜ ਜਾਣਾ। ਇਵੇਂ ਸਿੰਘ ਇਹਨਾਂ ਨੂੰ ਦੁਖੀ ਕਰਕੇ ਰੱਖਦੇ। ਹਾਂ, ਕਹਿੰਦੇ ਜਦੋਂ ਕੋਈ ਤੁਰਕ ਅੰਦਰ ਨੂੰ ਵੜਦਾ ਨਾ ਜੰਗਲ ਦੇ ਵਿੱਚ, ਮੋਟੇ ਮੋਟੇ ਕੰਡੇ ਲੱਗੇ ਹੁੰਦੇ ਨੇ। ਤੇ ਕਹਿੰਦੇ ਉਨ ਚਿਤ ਆਵੈ ਮਾਏ। ਕਹਿੰਦੇ ਜਦੋਂ ਇਹਨਾਂ ਤੁਰਕਾਂ ਦੇ ਪੈਰਾਂ ਦੇ ਵਿੱਚ ਕੰਡਾ ਵੜਦਾ, ਉਹਨਾਂ ਨੂੰ ਮਾਂ ਚੇਤੇ ਆ ਜਾਂਦੀ। ਕਹਿੰਦੇ ਹਾਏ ਮਾਂ, ਕੰਡਾ ਵੱਜ ਗਿਆ। ਅੱਲਾ ਨੂੰ ਯਾਦ ਕਰਦੇ, ਹਾਏ ਅੱਲਾ। ਪਰ ਸਿੱਖ ਨੰਗੇ ਪੈਰਾਂ, ਨੰਗੇ ਪਿੰਡੇ, ਤੇੜ ਕਛਹਿਰਾ ਤੇ ਸਿਰ ਤੇ ਦਮਾਲਾ ਬਸ। ਕਿਸੇ ਕਿਸੇ ਸਿੰਘ ਕੋਲ ਭੂਰਾ ਹੁੰਦਾ, ਕੰਬਲ ਵਿਛਾਉਣ ਲਈ ਬੁੱਕਲ ਮਾਰਿਆ ਹੁੰਦਾ। ਤੇ ਕਹਿੰਦੇ ਸਿੰਘਾਂ ਦੇ ਤਾਂ ਪੈਰ ਸਖਤ, ਸਰੀਰ ਨਰੋਏ। ਤੇ ਉਹਨਾਂ ਨੇ ਜੰਗਲ ਤਾਂ ਉਹਨਾਂ ਦਾ ਘਰ ਸੀ ਤੇ ਤੁਰਕ ਵੜਦੇ ਨਹੀਂ ਸੀ ਜੰਗਲਾਂ ਵਿੱਚ। ਝਾੜੀਆਂ ਦੇ ਵਿੱਚ ਕੰਡੇ ਵੱਜਣਗੇ, ਕੱਪੜੇ ਪਟਣਗੇ, ਜਾਮਾ ਲੀਰੋ ਲੀਰ ਹੋਵੇਗਾ। ਤੇ ਕਹਿੰਦੇ ਹੁਣ ਸਿੰਘਾਂ ਨੇ ਆਪਣੀ ਰਣਨੀਤੀ ਬਣਾਈ। ਸਿੰਘਾਂ ਨੇ 4 ਤੁੰਮਨ ਬਣਾਏ। ਤੁੰਮਨ ਕਹਿੰਦੇ ਨੇ ਜਥਿਆਂ ਨੂੰ। ਵੇਖੋ ਸਾਧ ਸੰਗਤ ਜੀ, ਪੁਰਾਣੇ ਸਮੇਂ ਦੇ ਵਿੱਚ ਜਦੋਂ ਸਿੰਘ ਲੜੇ, ਜੰਗਲਾਂ ਵਿੱਚ ਵੀ ਰਹੇ। ਇਹ ਨਹੀਂ ਕਿ ਸਿੰਘ ਬਿਨਾਂ ਕਿਸੇ ਯੋਜਨਾ ਤੋਂ ਲੜੇ ਨੇ, ਏਦਾਂ ਹੀ ਤਲਵਾਰਾਂ ਚੱਕੀ ਫਿਰ ਨਹੀਂ। ਉਹ ਅੱਗੇ ਵੀ ਕਥਾ ਆਵੇਗੀ ਕਿ ਕਿਹੜੇ ਢੰਗ ਤਰੀਕੇ ਦੇ ਨਾਲ ਸਿੰਘਾਂ ਨੇ ਆਪਣੀ ਰਣਨੀਤੀ ਬਣਾਈ। ਸਾਧ ਸੰਗਤ ਜੀ, ਇਹ ਗ੍ਰੰਥ ਰਾਜਨੀਤੀ ਦਾ, ਯੁੱਧ ਨੀਤੀ ਦਾ ਵੀ ਗ੍ਰੰਥ ਹੈ।
ਹੁਣ ਸਿੰਘਾਂ ਨੇ ਆਪਣੇ 4 ਜੱਥੇ ਬਣਾਏ, 4 ਤੁਮਨ ਸਿੰਘਾਂ ਨੇ ਬਣਾ ਲਏ ਇੱਕ ਮਾਝੇ ਇੱਕ ਢਿੱਗ ਬਾਤ ਤੇ ਇੱਕ ਜੱਥਾ ਰੱਖਿਆ ਮਾਝੇ ਦੇ ਵਿੱਚ ਵੀ ਖਾਲਸਾ ਜੀ ਤੁਸੀਂ ਮਾਝੇ ਦੇ ਵਿੱਚ ਰਹਿਣਾ, ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਫਿਰਨਾ ਹੈ। ਇੱਕ ਜੱਥਾ ਪਹਾੜਾਂ ਵੱਲ ਨੂੰ ਭੇਜਿਆ ਵੀ ਜੇ ਕਿਤੇ ਅਸੀਂ ਮਰ ਵੀ ਜਾਈਏ ਨਾ ਤੁਸੀਂ ਪਿੱਛੇ ਸਿੱਖੀ ਨੂੰ ਸਾਂਭ ਲਿਓ। ਇੱਕ ਜੱਥਾ ਪਹਾੜਾਂ ਵੱਲ ਭੇਜ ਦਿੱਤਾ ਈਓ ਰਹਿ ਸੋ ਗਿਰਦ ਲਾਹੌਰ ਤੇ ਤੀਜਾ ਜੱਥਾ ਭੇਜਿਆ ਲਾਹੌਰ ਦੇ ਆਲੇ ਦੁਆਲੇ ਵੀ ਖਾਲਸਾ ਜੀ ਤੁਸੀਂ ਲਾਹੌਰ ਦੇ ਕਿਲੇ ਦੇ ਨੇੜੇ ਤੇੜੇ ਰਹਿਣਾ, ਜੋ ਕੁਝ ਉੱਥੇ ਤੁਰਕਾਂ ਦੀਆਂ ਗਤੀਵਿਧੀਆਂ ਵਾਪਰਦੀਆਂ ਨੇ ਉਹਦੀ ਖਬਰ ਲਿਆ ਕੇ ਤੁਸੀਂ ਸਾਡੇ ਤੱਕ ਪਹੁੰਚਾਉਣੀ ਹੈ। ਚੌਥੋ ਕਰੇ ਗਿਰਦ ਤੁਰਕਣ ਦੌਰ ਤੇ ਚੌਥਾ ਜੱਥਾ ਤੁਰਕਾਂ ਦੇ ਨੇੜੇ ਰੱਖਿਆ ਵੀ ਤੁਰਕਾਂ ਦੀ ਜਿਹੜੀਆਂ ਕਾਰਵਾਈਆਂ ਹੁੰਦੀਆਂ, ਤੁਰਕ ਜੰਗਲਾਂ ਵਿੱਚ ਕਿੱਥੇ ਫਿਰਦੇ, ਇਹ ਜੰਗਲਾਂ 'ਚ ਅੱਗ ਲਾਉਂਦੇ, ਪਿੰਡਾਂ ਵਾਲਿਆਂ ਨੂੰ ਘੇਰ ਕੇ ਲਿਆਉਂਦੇ। ਇਸ ਪ੍ਰਕਾਰ ਚੌਥਾ ਜੱਥਾ ਤੁਰਕਾਂ ਦੇ ਨੱਕ ਵਿੱਚ ਦਮ ਕਰਕੇ ਰੱਖੇ। ਇਵੇਂ ਸਿੱਖਾਂ ਨੇ 4 ਜੱਥੇ ਬਣਾ ਲਏ, ਦੋਏ ਦੋਏ 100 ਕੇ ਤੁਮਣ ਬਣਾਏ ਤੇ ਹਰੇਕ ਜੱਥੇ ਦੇ ਵਿੱਚ 200 ਸਿੰਘ ਹੁੰਦੇ ਸੀ ਘੋੜਸਵਾਰ। 200 ਘੋੜੇ ਹਰੇਕ ਜੱਥੇ ਦੇ ਵਿੱਚ ਹੁੰਦੇ ਸਨ। ਇੱਕੜ ਦੁੱਕੜ ਭੀੜ ਔਰ ਆਏ ਤੇ ਜਦੋਂ ਕਿਤੇ ਸਿੰਘਾਂ ਦਾ ਜੱਥਾ ਆਉਂਦਾ ਪਿੰਡਾਂ ਦੇ ਵਿੱਚੋਂ ਕਿਸੇ ਦੀ ਜ਼ਮੀਰ ਜਾਗਦੀ, ਉਹ ਇੱਕੜ ਦੁੱਕੜ ਉਹ ਵੀ ਆ ਕੇ ਸਿੱਖਾਂ ਵਿੱਚ ਸ਼ਾਮਲ ਹੋ ਜਾਂਦਾ ਕਿ ਬਾਬਾ ਜੀ ਮੈਨੂੰ ਵੀ ਅੰਮ੍ਰਿਤ ਛਕਾਓ, ਮੈਂ ਵੀ ਨਾਲ ਰਲਣਾ ਸਿੰਘਾਂ ਦੇ, ਮੈਂ ਵੀ ਸ਼ਹੀਦੀ ਪਾਵਾਂਗਾ, ਮੈਂ ਵੀ ਸੰਘਰਸ਼ ਦੇ ਵਿੱਚ ਕੁੱਦਾਂਗਾ। ਜੋ ਤੁਮਣ ਕਿਤੇ ਇੱਕ ਫਸ ਜਾਏ ਕਹਿੰਦੇ ਜੇ ਕਿਧਰੇ ਔਖਾ ਸਮਾਂ ਬਣ ਜਾਵੇ, ਕਿਧਰੇ ਇੱਕ ਅੱਧਾ ਤੁਮਨ ਇੱਕ ਅੱਧਾ ਜੱਥਾ ਕਿਤੇ ਫਸ ਜਾਵੇ, ਤੁਰਕਾਂ ਦੇ ਘੇਰੇ ਵਿੱਚ ਆ ਜਾਂਦਾ ਸੀ, ਆਣ ਔਰ ਸਭ ਕਰੈ ਸਹਾਈ ਕਹਿੰਦੇ ਫਿਰ ਦੂਜਾ ਜੱਥਾ ਆ ਕੇ ਉਹਨਾਂ ਦੀ ਸਹਾਇਤਾ ਕਰਦਾ ਸੀ। ਵੇਖੋ ਕਿੱਦਾਂ ਲੜਾਈ ਕੀਤੀ ਸਿੰਘਾਂ ਨੇ। ਉਹ ਕਹਿੰਦੇ ਆ ਨਾ ਭਾਈ ਵੀ ਜੇ ਸਫ਼ਰ 'ਚ ਜਾਣਾ ਹੋਵੇ ਤੇ ਸਾਰੇ ਪੈਸੇ ਇੱਕੋ ਜੇਬ ਦੇ ਵਿੱਚ ਨਹੀਂ ਪਾਈਦੇ, ਅਲੱਗ-ਅਲੱਗ ਥਾਂ ਤੇ ਰੱਖੀਦੇ ਨੇ। ਜੇ ਇੱਕ ਗੁੰਮ ਜਾਵੇ, ਚੋਰੀ ਹੋ ਜਾਵੇ ਤੇ ਦੂਜੇ ਪਾਸੋਂ ਮਾਇਆ ਕੱਢ ਲਈਦੀ ਜੇਬ ਦੇ ਵਿੱਚੋਂ, ਖੀਸੇ ਵਿੱਚੋਂ। ਉਸੇ ਪ੍ਰਕਾਰ ਸਿੱਖ ਇਕੱਠੇ ਹੋ ਕੇ ਨਹੀਂ ਲੜੇ, ਅਲੱਗ-ਅਲੱਗ ਜਥੇ ਬਣਾ ਕੇ ਵੀ ਜੇ ਕਿਧਰੇ ਇੱਕ ਅੱਧਾ ਜਥਾ ਫਸ ਵੀ ਜਾਵੇ ਤੇ ਦੂਜਾ ਜਥਾ ਉਹਦੀ ਸਹਾਇਤਾ ਦੇ ਵਾਸਤੇ ਪਹੁੰਚ ਜਾਂਦਾ ਸੀ। ਐਸੋ ਭਇਓ ਸਮੇਂ ਕੋ ਫੇਰ ਫੇਰ ਸਮੇਂ ਦਾ ਗੇੜਾ ਇਸ ਪ੍ਰਕਾਰ ਵਰਤਿਆ। ਇੱਕ ਤੁਮਣ ਲੀਨੋ ਘੇਰ ਕਹਿੰਦੇ ਫਿਰ ਸਮਾਂ ਆਇਆ ਤੇ ਇੱਕ ਜਥਾ ਤੁਰਕਾਂ ਨੇ ਘੇਰ ਲਿਆ, ਤੁਰਕਾਂ ਦੇ ਹੱਥ ਚੜ ਗਿਆ ਕਿਤੇ ਸਿੰਘਾਂ ਦਾ ਇੱਕ ਜਥਾ। ਬੁੱਤੋ ਭਗਵਾਨ ਦੇ ਖੱਤਰੀ ਨਾਮ ਕਹਿੰਦੇ ਇੱਕ ਭਗਵੰਤ ਰਾਏ ਖੱਤਰੀ, ਉਹ ਇੱਕ ਖੱਤਰੀ ਸੀ, ਉਹ ਰਹਿੰਦਾ ਹੁੰਦਾ ਸੀ, ਉਹਦੀ ਹਵੇਲੀ ਸੀ ਬੜੀ ਵੱਡੀ। ਉਸ ਰਾਵੀ ਕਿਨਾਰੇ ਭਰਤ ਗ੍ਰਾਮ ਤੇ ਰਾਵੀ ਦਰਿਆ ਦੇ ਕੰਢੇ ਭਰਤ ਗ੍ਰਾਮ ਉਹਦਾ ਪਿੰਡ ਸੀ। ਉੱਤੀ ਹਵੇਲੀ ਉਹਨੇ ਬਣਾਈ ਤੇ ਉੱਥੇ ਉਸਨੇ ਆਪਣੀ ਹਵੇਲੀ ਬਣਾਈ ਹੋਈ ਸੀ ਭਗਵੰਤ ਰਾਏ ਖੱਤਰੀ ਨੇ। ਇੱਕ ਤੁਮਣ ਕਿਤ ਬੜਿਓ ਜਾਈ ਕਹਿੰਦੇ ਇੱਕ ਜਥਾ ਰਾਵੀ ਦਰਿਆ ਦੇ ਕੰਢੇ ਤੋਂ ਹੁੰਦਾ ਉਹਦੀ ਹਵੇਲੀ ਦੇ ਵਿੱਚ ਵੜ ਗਿਆ। ਭਗਵੰਤ ਰਾਏ ਖੱਤਰੀ ਦੀ ਹਵੇਲੀ ਵਿੱਚ ਸਿੰਘਾਂ ਨੇ ਸ਼ਰਨ ਲੈ ਲਈ। ਉੱਤੀ ਵਰਖਾ ਨ ਚਲੀ ਗੁਜ਼ਾਰਨਾ ਤੇ ਮੀਂਹ ਪੈਂਦਾ ਸੀ, ਮੀਂਹ ਪੈਂਦਾ, ਸਿੰਘਾਂ ਨੇ ਵੇਖਿਆ ਖਾਲਸਾ ਜੀ ਰਾਵੀ ਦਰਿਆ ਦਾ ਪਾਣੀ ਨਾ ਕਿਤੇ ਚੜ ਜਾਵੇ ਤੇ ਆਪਾਂ ਇੰਨੇ ਹਵੇਲੀ ਦੇ ਵਿੱਚ ਵੜ ਚੱਲੀਏ, ਇੱਥੇ ਸ਼ਰਨ ਲੈ ਲਈਏ ਜਾ ਕੇ। ਨਹਿ ਜਾਣਤ ਕੋ ਕਿਮ ਭਇਓ ਕਾਰਨ ਪਰ ਕਹਿੰਦੇ ਇਹ ਨਹੀਂ ਸੀ ਪਤਾ ਕਿ ਅੱਗੇ ਕੀ ਹੋਣਾ ਹੈ। ਦੋਰਾ ਬਈ ਖਬਰ ਤਨ ਪੈ ਗਈ ਜੋ 1000 ਅਸਵਾਰ ਸਾਰ ਸੰਗਤ ਜੀ ਸਿੰਘਾਂ ਨੇ ਇੱਧਰ ਹਵੇਲੀ ਦੇ ਵਿੱਚ ਸ਼ਰਨ ਲਈ ਤੇ ਉਧਰੋਂ ਕਿਸੇ ਨੇ ਸੂਹ ਦੇ ਦਿੱਤੀ ਵੀ ਸਿੱਖਾਂ ਦਾ ਇੱਕ ਜਥਾ ਭਗਵੰਤ ਰਾਏ ਦੀ ਹਵੇਲੀ ਦੇ ਵਿੱਚ ਵੜਿਆ ਰਾਵੀ ਦਰਿਆ ਦੇ ਕਿਨਾਰੇ। ਹਵੇਲੀ ਦੇ ਵਿੱਚ ਸਿੱਖਾਂ ਦੇ ਘੋੜੇ ਆ ਕੇ ਰੁਕੇ ਹੋਏ ਨੇ। ਤੁਰਤ ਉਹਨਾਂ ਆਏ ਘੇਰਿਓ ਬਹੁ ਆਏ ਮਗਰ 1000 ਕਹਿੰਦੇ ਤੁਰਤ ਫੁਰਤ ਹੀ ਤੁਰਕਾਂ ਦਾ ਉਹ 1000 ਜਥਾ ਉਹਨਾਂ ਨੇ ਆ ਕੇ ਸਿੱਖਾਂ ਨੂੰ ਘੇਰਾ ਪਾ ਲਿਆ। ਜੋ ਭਈ ਆਏ ਸਿੰਘਨ ਮਤ ਲੈ ਘੇਰ ਤੇ ਸਿੰਘ ਅੰਦਰ ਬੈਠੇ ਸਨ ਮੀਂਹ ਤੋਂ ਬਚਣ ਵਾਸਤੇ, ਵਿਸ਼ਰਾਮ ਕਰਨ ਲਈ। ਇੱਕਦਮ ਤੁਰਕਾਂ ਨੇ ਚਾਰੇ ਪਾਸੇ ਤੋਂ ਹਵੇਲੀ ਨੂੰ ਘੇਰਾ ਪਾ ਲਿਆ। ਲੱਭੇ ਬਾਹਰ ਤਨ ਕੱਟ ਦੀਏ ਘੇਰ ਤੇ ਜਿਹੜਾ ਵੀ ਕੋਈ ਸਿੱਖ ਬਾਹਰ ਲੱਭਿਆ, ਕੋਈ ਸਿੱਖ ਫਿਰਦਾ ਸੀ ਲੱਕੜਾਂ ਕੱਟਣ ਲੰਗਰ ਵਾਸਤੇ, ਲੱਕੜਾਂ ਲੈਣ ਗਿਆ, ਕੋਈ ਜੰਗਲ ਪਾਣੀ ਗਿਆ, ਕੋਈ ਕਿਧਰੇ ਘੋੜੇ ਵਾਸਤੇ ਘਾਹ ਪੱਠਾ ਲੈਣ ਲਈ ਗਿਆ, ਉਹ ਤੁਰਕਾਂ ਨੇ ਉਸੇ ਵੇਲੇ ਸਿੱਖ ਨੂੰ ਮਾਰ ਦਿੱਤਾ। ਚਾਰ ਤਰਫ ਲੈ ਮੋਰਚਾ ਬੰਦ ਚਾਰੇ ਪਾਸਿਆਂ ਤੋਂ ਤੁਰਕਾਂ ਨੇ ਮੋਰਚੇ ਬੰਨ ਲਏ ਹਨ। ਕਰ ਕਰ ਮੱਢ ਲੈ ਉਹ ਵੱਡ ਕੰਧ ਹਾਂ ਤੇ ਕੰਧਾਂ ਦੇ ਉੱਤੇ ਵੀ ਇੱਕ ਤੋਪ ਬੀੜ ਦਿੱਤੀ।
ਮੰਡਲ ਕਹਿੰਦੇ ਨੇ ਮਿੱਟੀ ਦਾ ਇੱਕ ਥੜਾ ਜਿਹਾ ਵੱਡਾ ਬਣਾ ਕੇ ਨਾ ਉਹਦੇ ਉੱਪਰ ਤੋਪ ਚੜਾ ਦਿੱਤੀ ਵੀ ਯਾਰ ਸਾਹਮਣੇ ਤੋਂ ਨਿਸ਼ਾਨਾ ਮਾਰਾਂਗੇ। ਤੋਪ ਜਮੂਰਾ ਉੱਪਰ ਚੜਾਏ। ਹਾਂ ਤੇ ਉਸ ਮੰਡਲ ਉਹਦੇ ਮਿੱਟੀ ਦੇ ਥੜੇ ਦੇ ਉੱਤੇ ਇਹਨਾਂ ਨੇ ਤੋਪਾਂ ਜੰਬੂਰਾਂ ਚੜਾ ਲਈਆਂ। ਇਮ ਕਰ ਕਰ ਬਹੁ ਸਿੰਘ ਅਕਾਈ। ਇਵੇਂ ਸਿੰਘਾਂ ਨੂੰ ਬੜਾ ਦੁਖੀ ਕੀਤਾ। ਅੰਦਰ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਘੇਰੇ ਵਿੱਚ ਆ ਚੁੱਕੇ ਹਾਂ, ਅਸੀਂ ਹੁਣ ਫਸ ਚੁੱਕੇ ਹਾਂ। ਸਿੰਘ ਨੋ ਤੁਸੋਂ ਖਰਚ ਨਾ ਪਾਇਓ। ਤੇ ਅੰਦਰ ਸਿੰਘਾਂ ਦੇ ਕੋਲ ਰਾਸ਼ਨ ਪਾਣੀ ਕੁਝ ਨਹੀਂ ਸੀ। ਸਿੰਘਾਂ ਨੂੰ ਨਹੀਂ ਨਾ ਪਤਾ ਜੀ ਵੀ ਭਾਈ ਇਹ ਤੁਰਕ ਆ ਕੇ ਘੇਰਾ ਪਾ ਲੈਣਗੇ। ਸਿੱਖਾਂ ਦੇ ਕੋਲ ਕੋਈ ਰਾਸ਼ਨ ਪਾਣੀ ਨਹੀਂ ਸੀ। ਉਤੋਂ ਬਾਸ ਜੋ ਗਇਓ ਮਕਾਇਓ। ਤੇ ਜਿਹੜਾ ਕੁਝ ਕਿਸੇ ਦੇ ਪੱਲੇ ਕੁਝ ਬੰਨਿਆ ਹੋਣਾ, ਕਿਸੇ ਦੇ ਹਜੂਰੀਏ ਦੇ ਲੜ, ਉਹ ਸਭ ਕੁਝ ਖਤਮ ਹੋ ਚੁੱਕਾ ਸੀ। ਸਿੰਘਣ ਕੋ ਜੋ ਭਈ ਲਾਚਾਰ। ਇਵੇਂ ਉੱਥੇ ਬੜੀ ਲਾਚਾਰੀ ਬਣ ਗਈ। ਸਿੰਘਾਂ ਨੂੰ ਲਾਚਾਰੀ ਝੱਲਣੀ ਪਈ। ਬਿਨਾ ਖਰਚ ਪਾਏ ਮਰਨੇ ਬਾਰ। ਹੁਣ ਬਿਨਾ ਪ੍ਰਸ਼ਾਦੇ ਪਾਣੀ ਤੋਂ, ਬਿਨਾ ਰਸਾਂ ਬਸਾਂ ਤੋਂ ਘੋੜੇ ਵੀ ਅੱਗੇ ਨਹੀਂ ਚੱਲਦੇ। ਸਿੰਘਾਂ ਦੇ ਲਈ ਵੀ ਲੜਨਾ ਬੜਾ ਮੁਸ਼ਕਲ ਹੋ ਗਿਆ। ਸਾਧਤ ਕਰਨ ਯੋਗ ਪੰਥ ਨਾਹੀ। ਤੇ ਸਾਰ ਸੰਗਤ ਜੀ ਉਧਰ ਬਾਹਰ 4 ਜੱਥੇ ਬਣਾਏ ਸਨ, ਇੱਕ ਜੱਥਾ ਫਸ ਗਿਆ। ਹੁਣ ਕਹਿੰਦੇ ਖਾਲਸਾ ਜੀ ਜਿਹੜੇ 3 ਜੱਥੇ ਬਾਹਰ ਨੇ ਉਹਨਾਂ ਤੱਕ ਖਬਰ ਕਿੱਦਾਂ ਪਹੁੰਚਾਈਏ? ਬਾਹਰੋਂ ਵੀ ਮਦਦ ਆਉਣ ਦੀ ਆਸ ਨਹੀਂ ਆ। ਆਪਣੇ ਸਿੱਖ ਭਰਾਵਾਂ ਨੂੰ ਆਪਾਂ ਕਿਵੇਂ ਖਬਰ ਪਹੁੰਚਾਵਾਂਗੇ? ਓਏ ਆਪਣੀ ਸਭ ਜਾਨ ਬਚਾਹੀ। ਤੇ ਉਹ ਸਿੱਖ ਆਪੋ ਆਪਣੇ ਥਾਵਾਂ ਦੇ ਉੱਤੇ ਲੁਕੇ ਹੋਏ ਨੇ। ਦੋਹਰਾ ਸਿੰਘ ਥੱਕੇ ਤੁਰਕਣ ਲਖੇ ਚੜ੍ਹੇ ਚੁਤਰਫੋਂ ਦੌੜ। ਤੇ ਇੱਧਰ ਤੁਰਕਾਂ ਨੇ ਵੇਖ ਲਿਆ ਵੀ ਸਿੱਖ ਰਾਵੀ ਦਰਿਆ ਦੇ ਕੰਢੇ ਕੰਢੇ ਤੋਂ ਆਏ ਨੇ, ਥੱਕੇ ਟੁੱਟੇ ਹੋਏ ਨੇ, ਤਾਂ ਹੀ ਇਹਨਾਂ ਨੇ ਹਵੇਲੀ ਦੇ ਵਿੱਚ ਸ਼ਰਨ ਲਈ ਵੀ ਆਰਾਮ ਕਰਾਂਗੇ 2 ਘੜੀਆਂ। ਤੇ ਤੁਰਕਾਂ ਨੇ ਵੇਖ ਲਿਆ ਵੀ ਸਿੱਖਾਂ ਕੋਲ ਘੋੜੇ ਵੀ ਘੱਟ ਨੇ ਤੇ ਥੱਕੇ ਟੁੱਟੇ ਹੋਏ ਨੇ ਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ। ਖਾਈ ਕੰਧ ਭਲਤੀ ਨਹੀਂ ਭਈ ਸਿੰਘਨ ਵੱਡ ਸੌੜ। ਤੇ ਜਿਹੜੀਆਂ ਹਵੇਲੀ ਦੀਆਂ ਕੰਧਾਂ ਨੇ ਉਹ ਵੀ ਕੋਈ ਮੋਟੀਆਂ ਨਹੀਂ ਤੇ ਉਹ ਵੀ ਕੋਈ ਪੱਕੀਆਂ ਕੰਧਾਂ ਨਹੀਂ ਹਨ। ਜਾਓ ਬਈ ਆਏ ਤੁਰਕਣ ਹੱਥ ਕੰਧੀ ਪਾਏ। ਤੇ ਤੁਰਕਾਂ ਨੇ ਕੀ ਕੀਤਾ ਵੀ ਭਾਈ ਕਰੋ ਹਮਲਾ। ਬੜੋ ਜਰਾ ਹਵੇਲੀ ਦੇ ਵਿੱਚ ਤੁਰਕਾਂ ਨੇ ਪੌੜੀਆਂ ਲਾ ਲਾ ਕੇ ਕੰਧਾਂ ਦੇ ਉੱਪਰ ਚੜ੍ਹਨਾ ਸ਼ੁਰੂ ਕਰ ਦਿੱਤਾ। ਸਿੰਘਨ ਅੱਗਿਓਂ ਕੱਟ ਗਿਰਾਏ। ਸਿੰਘ ਵੀ ਅੱਗੋਂ ਤਿਆਰ ਬਰ ਤਿਆਰ ਸੀ। ਜਿਹੜਾ ਆ ਕੇ ਪੌੜੀ ਦੇ ਅਖੀਰਲੇ ਡੰਡੇ ਨੂੰ ਹੱਥ ਪਾਉਂਦਾ, ਕੰਧ ਦੀ ਟੀਸੇ ਨੂੰ ਹੱਥ ਪਾਉਂਦਾ, ਸਿੰਘ ਉੱਪਰ ਖੜ ਕੇ ਉਹਦਾ ਹੱਥ ਵੱਢ ਕੇ ਰੱਖ ਦਿੰਦੇ। ਔਰ ਤੁਰਕ ਬਹੁ ਪਿਛਿਓਂ ਆਵੈ। ਤੇ ਜਿਹੜੇ ਤੁਰਕ ਹੋਰ ਪਿੱਛੇ ਤੋਂ ਚੜ ਕੇ ਆਉਂਦੇ ਨੇ, ਆਏ ਆਏ ਇਮ ਜੁੱਧ ਮਚਾਵੈ। ਬੜਾ ਰੌਲਾ ਪਾਉਂਦੇ ਨੇ ਵੀ ਆ ਗਏ ਆ ਅਸੀਂ, ਸਿੱਖੋ ਤਿਆਰ ਹੋ ਜਾਓ, ਅਸੀਂ ਆ ਗਏ ਆ ਪਿੱਛੋਂ। ਯਾ ਅਲੀ ਦੇ ਨਾਰੇ ਲਾਉਂਦੇ ਨੇ। ਹੁਣ ਦੀਨੋਂ ਤੋਪਣ ਲਗਵਾਏ। ਤੇ ਉਹਨਾਂ ਨੇ ਆਖਿਆ ਵੀ ਜੇ ਪੌੜੀਆਂ ਲਾ ਕੇ ਚੜਦੇ ਆ ਇਹ ਸਿੱਖ ਹੱਥ ਵੱਢ ਦਿੰਦੇ ਨੇ, ਸਾਡੇ ਉੱਪਰੋਂ ਹੀ ਮਾਰਦੇ ਨੇ ਤਲਵਾਰਾਂ। ਇਸ ਕਰਕੇ ਤੋਪਾਂ ਮਾਰੀਆਂ ਹੁਣ ਦੂਰੋਂ, ਜੰਬੂਰਾਂ ਚਲਾਈਏ ਊਂਟਾਂ ਦੇ ਉੱਪਰ ਧਰ ਕੇ। ਮਾਰ ਮਾਰ ਕੇ ਕਹੇ ਹਾਏ ਹਾਏ। ਤੇ ਇਸ ਪ੍ਰਕਾਰ ਤੋਪਾਂ ਮਾਰਦੇ ਨੇ। ਅੰਦਰੋਂ ਸਿੰਘਾਂ ਦੇ ਹਵੇਲੀ ਦੇ ਵਿੱਚ ਤੋਪਾਂ ਦੇ ਗੋਲੇ ਵੱਜਦੇ ਨੇ। ਸਿੰਘ ਵੀ ਹਾਏ ਹਾਏ ਪੁਕਾਰਦੇ ਨੇ। ਤੁਰਕ ਕਹਿਣ ਤੁਮ ਅਵੇ ਅਬਦਾਈ। ਹਾਂ ਤੁਰਕ ਕਹਿੰਦੇ ਨੇ ਆ ਗਏ ਹੋ ਤੁਸੀਂ ਸਾਡੀ ਜਾੜ ਥੱਲੇ ਸਿੱਖੋ, ਹੁਣ ਨਹੀਂ ਤੁਹਾਨੂੰ ਜਾਣ ਦਿੰਦੇ, ਹੁਣ ਨਹੀਂ ਤੁਹਾਨੂੰ ਜਿਉਂਦਾ ਛੱਡਦੇ। ਹੁਣ ਤੋਪਾਂ ਮਾਰ ਕੇ ਕੰਧਾ ਢਹਿ ਢੇਰੀ ਕਰਕੇ ਤੁਹਾਨੂੰ ਗ੍ਰਿਫਤਾਰ ਕਰ ਲਵਾਂਗੇ। ਅਬ ਕੋ ਮੇਰੇ ਨਾ ਜਾਣਾ ਪਾਈ। ਹੁਣ ਨਹੀਂ ਤੁਹਾਨੂੰ ਕਿਧਰੇ ਜਾਣ ਲਈ ਰਸਤਾ ਮਿਲਣਾ। ਚਾਰੇ ਪਾਸੇ ਤੋਂ ਅਸੀਂ ਘੇਰ ਕੇ ਰੱਖਿਆ ਹੋਇਆ। ਹੁਣ ਤੋਪਾਂ ਚੱਲ ਰਹੀਆਂ ਨੇ ਪਲਾਂ ਛਿਨਾਂ ਦੇ ਵਿੱਚ। ਹਵੇਲੀ ਦਾ ਦਰਵਾਜ਼ਾ ਟੁੱਟੇਗਾ, ਆ ਕੱਚੀਆਂ ਕੰਧਾਂ ਟੁੱਟਣਗੀਆਂ ਹਵੇਲੀ ਦੀਆਂ। ਸਿੰਘ ਕਹੇ ਹਮ ਕਵੇ ਕਬ ਮਰੈ ਮੰਦਰਾਲੇ। ਹਾਂ ਸਿੰਘ ਕਹਿੰਦੇ ਹੋ ਕੋਈ ਗੱਲ ਨਹੀਂ, ਆ ਜਾਓ ਫਿਰ, ਅਸੀਂ ਕਿਹੜਾ ਮਰਨੇ ਤੋਂ ਡਰਦੇ ਆ। ਮੌਤ ਤਾਂ ਆਉਣੀ ਹੀ ਹੈ, ਕੱਲ ਨੂੰ ਆਉਂਦੀ, ਅੱਜ ਆ ਜਾਵੇ। ਅਸੀਂ ਵੀ ਤਿਆਰ ਬਰ ਤਿਆਰ ਆ, ਖੱਪੜ ਬੰਨ ਕੇ ਬੈਠੇ ਹਾਂ। ਲੈ ਮਰੇਗੇ ਤੁਮ ਕੋ ਨਾਲੇ। ਹਾਂ ਪਰ ਖਿਆਲ ਰੱਖਿਓ ਤੁਰਕੋ ਪਾਪੀਓ ਮਲੇਛੋ, ਅਸੀਂ ਇਕੱਲਿਆਂ ਨੇ ਨਹੀਂ ਮਰਨਾ, ਤੁਹਾਨੂੰ 10-20 ਨੂੰ ਨਾਲ ਲੈ ਕੇ ਮਰਾਂਗੇ। ਓ ਸਤਿਗੁਰ ਜੋ ਕਿਰਪਾ ਕਰੀ। ਸਾਧ ਸੰਗਤ ਜੀ ਉਸ ਵੇਲੇ ਪਰਮੇਸ਼ਰ ਨੇ ਕਿਰਪਾ ਕੀਤੀ। ਸਿੰਘ ਫਸੇ ਹੋਏ ਸੀ ਹਵੇਲੀ ਦੇ ਵਿੱਚ ਤੇ ਉਧਰੋਂ ਇਹ ਤੁਰਕ ਤੋਪਾਂ ਮਾਰਦੇ। ਵੱਡਾ ਗੋਲਾ ਆ ਕੇ ਦਰਵਾਜ਼ੇ ਤੇ ਵੱਜਦਾ, ਕੰਧ ਦੇ ਉੱਤੇ ਵੱਜਦਾ ਤੇ ਕੰਧਾਂ ਟੁੱਟਦੀਆਂ ਨੇ। ਉਸ ਵੇਲੇ ਅਕਾਲ ਪੁਰਖ ਨੇ ਆਪਣੇ ਖਾਲਸੇ ਦੀ ਲਾਜ ਰੱਖੀ, ਇੱਕ ਭਾਣਾ ਵਰਤਿਆ। ਆਂਦੀ ਔਵਲ ਵਰਖਾ ਕਰੀ। ਕਹਿੰਦੇ ਉਸੇ ਵੇਲੇ ਹਨੇਰੀ ਚੱਲੀ ਤੇ ਮੀਂਹ ਪੈਣਾ ਦੁਬਾਰਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ ਵੀ ਮੀਂਹ ਪੈ ਕੇ ਹਟਿਆ ਸੀ।
ਤੇ ਸਿੰਘਾਂ ਨੇ ਤਾਂ ਮੀਂਹ ਤੋਂ ਬਚਣ ਲਈ ਹਵੇਲੀ ਵਿੱਚ ਸ਼ਰਨ ਲਈ। ਤੇ ਕਹਿੰਦੇ ਹਨੇਰੀ ਚੱਲੀ ਤੇ ਇੱਕਦਮ ਬੜੀ ਭਾਰੀ ਵਰਖਾ ਪੈਣੀ ਸ਼ੁਰੂ ਹੋ ਗਈ। ਉਸ ਬੰਦੂਕਾਂ ਬੁੱਝ ਗਏ ਤੋੜੇ। ਹਾਂ, ਤੇ ਅਕਾਲ ਪੁਰਖ ਦੀ ਕਿਰਪਾ ਨਾਲ ਜਦੋਂ ਮੀਂਹ ਪਿਆ ਤੇ ਜਿੰਨੇ ਤੋਪਾਂ ਦੇ ਤੋੜੇ ਸੀ ਨਾ ਅੱਗ ਦੇ ਸੁਲਗ ਰਹੇ ਸੀ, ਉਹ ਮੀਂਹ ਪੈਣ ਦੇ ਨਾਲ ਸਾਰੇ ਬੁੱਝ ਗਏ ਨੇ। ਹੁਣ ਤੋਪਾਂ ਦਾ ਗੋਲਾ ਨਹੀਂ ਚੱਲਿਆ। ਤੇ ਇਹ ਗੱਲ ਸਿੱਖਾਂ ਨੇ ਅੰਦਰ ਵੇਖੀ। ਖਾਲਸਾ ਜੀ, ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਹੈ। ਕਲਗੀਧਰ ਮਹਾਰਾਜ ਨੇ ਇੰਦਰ ਨੂੰ ਭੇਜ ਦਿੱਤਾ ਵੀ ਮੀਂਹ ਪਵਾ ਦਿੱਤਾ। ਇਹ ਤੋਪਾਂ ਦੇ ਤੋੜੇ ਜਿੰਨੇ ਸੁਲਗ ਰਹੇ ਸੀ ਸਾਰੇ ਹੀ ਛਾਂਟ ਕਰਾ ਦਿੱਤੇ। ਤੀਰ ਤਲਵਾਰ ਫੜ ਢਾਲ ਸਿੰਘ ਦੌੜੇ। ਤੇ ਸਿੰਘ ਕਹਿੰਦੇ ਖਾਲਸਾ ਜੀ, ਹੁਣ ਮੌਕਾ ਹੈ, ਕਰੀਏ ਹੱਲਾ, ਨਿਕਲੀਏ ਗੜੀ ਚੋਂ ਬਾਹਰ, ਜਿੱਧਰ ਕਿਸੇ ਦਾ ਮੂੰਹ ਹੁੰਦਾ ਉਧਰ ਨਿਕਲ ਜਾਈਏ। ਸਿੰਘਾਂ ਨੇ ਉਸੇ ਵੇਲੇ ਆਪਣੇ ਰਵਾਇਤੀ ਸ਼ਸਤਰ ਫੜੇ। ਕਿਸੇ ਨੇ ਤਲਵਾਰ, ਕਿਸੇ ਨੇ ਢਾਲ, ਕਿਸੇ ਨੇ ਬਰਛਾ, ਕਿਸੇ ਨੇ ਤੀਰ ਕਮਾਨ ਫੜਿਆ ਤੇ ਸਿੰਘ ਬਾਹਰ ਭੱਜ ਲਏ। ਸਿਰ ਪਰ ਮਰਨ ਢਾਲ ਸਿੰਘ ਦੌੜੇ। ਦੇਖ ਲਿਆ ਸਿੰਘਾਂ ਨੇ ਕਿ ਜੇ ਅੰਦਰ ਬੈਠੇ ਰਹੇ ਤੇ ਜੇ ਮੀਂਹ ਰੁਕਿਆ ਤੋਪਾਂ ਦੁਬਾਰਾ ਸ਼ੁਰੂ ਹੋ ਜਾਣੀਆਂ। ਇਸ ਕਰਕੇ ਖਾਲਸਾ ਜੀ, ਨਿਕਲ ਚੱਲੀਏ ਮੀਂਹ ਦੇ ਵਿੱਚ ਹੀ, ਦਸਾਂ ਨੂੰ ਕੱਟ ਵੱਢ ਕੇ ਹਰਨ ਭਰਨ ਹੋ ਜਾਈਏ। ਬਾਹਰ ਸਿੰਘ ਤੁਰਕ ਕੀਏ ਚੌੜੇ। ਹਾਂ, ਸਿੰਘ ਇੱਕਦਮ ਭੱਜੇ ਨੇ। ਉਧਰ ਤੁਰਕ ਤੋਪਾਂ ਨੂੰ ਵੇਖਦੇ ਨੇ ਵੀ ਤੋਪਾਂ ਨੂੰ ਕਿਸੇ ਤਰ੍ਹਾਂ ਚਲਾਈਏ। ਤੇ ਹਜੇ ਚਲਾਉਂਦੇ ਨੇ, ਗੋਲਾ ਭਰਦੇ ਨੇ ਤੋਪ ਦੇ ਵਿੱਚ। ਉਧਰੋਂ ਸਿੰਘ ਆ ਕੇ ਗੜੀ ਤੋਂ ਬਾਹਰ ਨਿਕਲ ਗਏ ਵੀ ਤੁਹਾਨੂੰ ਚਲਾਉਣ ਦੀ ਲੋੜ ਨਹੀਂ, ਅਸੀਂ ਆਪ ਹੀ ਬਾਹਰ ਆ ਗਏ ਹਾਂ। ਮੀਂਹ ਦੇ ਵਿੱਚ ਹੀ ਸਿੰਘ ਕੱਟਣ ਵੱਢਣ ਲੱਗ ਪਏ ਨੇ। ਦੋਹਰਾ ਦੇ ਪਿੱਠ ਆਗੇ ਤੁਰਕ ਭਏ, ਬੜੇ ਡੇਰੇ ਮੁੜ ਜਾਏ। ਤੁਰਕਾਂ ਨੇ ਵੇਖਿਆ ਕਿ ਸਿੰਘ ਕਾਲ ਦਾ ਰੂਪ ਬਣੀ ਮੂੰਹ ਅੱਡੀ ਆਉਂਦੇ ਨੇ ਸਾਡੇ ਵੱਲ ਨੂੰ। ਇੱਕਦਮ ਤੁਰਕ ਜਿਹੜੇ ਯਾ ਅਲੀ ਦੇ ਨਾਅਰੇ ਲਾਉਂਦੇ ਆਉਂਦੇ ਸੀ, ਇੱਕਦਮ ਪਿੱਠ ਦਿਖਾ ਕੇ ਭੱਜਣ ਲੱਗੇ ਨੇ। ਸਿੰਘਨ ਪਾਇਓ ਵੀਰ ਜਾਂ ਬੜੇ ਵੇਟ ਪੇਟ ਭਾਏ। ਹਾਂ, ਤੇ ਭੱਜ ਲਏ ਇੱਧਰ ਉੱਧਰ ਨੂੰ, ਹਰਨ ਭਰਨ ਹੋ ਗਏ ਨੇ। ਜਾਓ ਪਈ ਤੁਰਕ ਕਹੈ ਹਮ ਵੱਟ ਫਤਿਹ ਪਾਈ। ਤੇ ਜਾ ਕੇ ਨਾ ਡੇਰੇ ਦੇ ਵਿੱਚ ਲੁਕ ਗਏ ਦੁਬਾਰਾ। ਇਹ ਤੁਰਕ ਪਾਪੀ ਆਪਣੇ ਕਿਲੇ ਦੇ ਵਿੱਚ। ਤੇ ਜਾ ਕੇ ਕਹਿੰਦੇ ਨੇ ਲੋਕਾਂ ਨੂੰ ਵੀ ਅਸੀਂ ਸਿੱਖਾਂ ਨੂੰ ਜਿੱਤ ਆਏ ਆ, ਅਸੀਂ ਹਵੇਲੀ ਨੂੰ ਨੇਸਤਾਨਾਬੂਦ ਕਰ ਦਿੱਤਾ ਤੋਪਾਂ ਮਾਰ ਮਾਰ ਕੇ। ਇਹ ਨਹੀਂ ਦੱਸਦੇ ਵੀ ਅਸੀਂ ਪਿੱਠ ਦਿਖਾ ਕੇ ਭੱਜ ਕੇ ਆਏ ਹਾਂ। ਸਿੰਘ ਕਹੈ ਹਮ ਜੰਗ ਬਚਾਈ। ਤੇ ਇੱਧਰ ਗੁਰੂ ਕੇ ਸਿੱਖ ਮੀਂਹ ਦੇ ਵਿੱਚ ਹੀ ਨਿਕਲ ਕੇ ਜੰਗਲਾਂ ਦੇ ਵਿੱਚ ਜਾ ਕੇ ਲੁਕ ਗਏ। ਸਿੰਘਾਂ ਨੇ ਪਰਮੇਸ਼ਰ ਦਾ ਸ਼ੁਕਰ ਕੀਤਾ, ਮਹਾਰਾਜ ਤੁਸੀਂ ਮੀਂਹ ਪਵਾਇਆ, ਆ ਤੋਪਾਂ ਦੇ ਮੂੰਹ ਬੰਦ ਹੋਏ ਨੇ ਮੀਂਹ ਪੈਣ ਦੇ ਨਾਲ। ਸਿੰਘ ਕਹਿੰਦੇ ਖਾਲਸਾ ਜੀ, ਜਾਨ ਬਚ ਗਈ। ਹੁਣ ਦਸਾਂ ਨੂੰ ਹੋਰ ਮਾਰ ਕੇ ਤਾਂ ਮਰਾਂਗੇ, ਹੁਣ ਪੰਥ ਦੀ ਥੋੜੇ ਦਿਨ ਹੋਰ ਸੇਵਾ ਕਰ ਲਵਾਂਗੇ। ਤੁਰਕ ਤੁਰੇ ਮੁੜ ਲਾਹੌਰ ਹੈ ਵੱਲ। ਤੇ ਤੁਰਕ ਵਾਪਸ ਲਾਹੌਰ ਦੇ ਰਸਤੇ ਨੂੰ ਪਏ ਹਨ। ਸਿੰਘ ਚਾਹੈ ਕਰੇ ਗੁਜਰ ਕਹੂੰ ਚੱਲ। ਤੇ ਸਿੰਘ ਕਹਿੰਦੇ ਆਪਾਂ ਜਾ ਕੇ ਕਿਤੇ ਗੁਜ਼ਾਰਾ ਕਰੀਏ ਖਾਲਸਾ ਜੀ, ਕਈ ਦਿਨ ਹੋ ਗਏ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਪਹਿਲਾਂ ਜਾ ਕੇ ਆਪਾਂ ਪ੍ਰਸ਼ਾਦਾ ਪਾਣੀ ਛਕੀਏ ਕਿਧਰੇ। ਤੁਰਕਣ ਕੋ ਥੋ ਗਰਬਾ ਆਇਆ। ਇੱਧਰ ਤੁਰਕਾਂ ਨੂੰ ਆਪਣੇ ਮਨ ਦੇ ਵਿੱਚ ਬੜਾ ਹੰਕਾਰ ਆਇਆ। ਚਾਹੇ ਖਾਲਸੋ ਪੰਥ ਭਜਾਇਆ। ਉਹ ਕਹਿੰਦੇ ਵੀ ਅਸੀਂ ਖਾਲਸਾ ਪੰਥ ਭਜਾ ਦਿੱਤਾ ਹਵੇਲੀ ਦੇ ਵਿੱਚੋਂ। ਇਸ ਭਗਤ ਰਾਮ ਦੀ ਹਵੇਲੀ ਵਿੱਚ ਲੁਕਦੇ ਹੋਏ ਸੀ ਭਗਵੰਤ ਰਾਏ ਖੱਤਰੀ ਦੀ, ਅਸੀਂ ਸਿੱਖਾਂ ਨੂੰ ਭਜਾ ਦਿੱਤਾ ਤੇ ਕਈਆਂ ਸਿੱਖੜਿਆਂ ਨੂੰ ਅਸੀਂ ਮਾਰ ਮੁਕਾਇਆ ਹੈ। ਜਿਸੈ ਪੰਥ ਨੇ ਬੜ ਤੁਰਕ ਗਾਰੇ। ਤੇ ਉਹ ਪੰਥ ਨੂੰ ਆਖਦੇ ਨੇ ਜਿਹੜੇ ਪੰਥ ਨੇ ਬੜੇ ਤੁਰਕਾਂ ਨੂੰ ਗਾਲਿਆ ਹੈ। ਸਭ ਅਬ ਹਮਣੇ ਬਹਿ ਸੂਰ ਮਾਰੀ। ਉਹ ਕਹਿੰਦੇ ਅਸੀਂ ਤਾਂ ਇਸ ਪੰਥ ਦੇ ਕਈ ਸੂਰਮੇ ਮਿੱਟੀ ਵਿੱਚ ਮਿਲਾ ਦਿੱਤੇ। ਭੀਲੋਵਾਲ ਟਿਕ ਡੇਰਾ ਲਾਏ। ਇੱਧਰ ਤੁਰਕਾਂ ਨੇ ਆ ਕੇ ਭੀਲੋਵਾਲ ਨਗਰ ਵਿੱਚ ਡੇਰਾ ਲਾਇਆ ਹੈ। ਬਹਿ ਕਹਾਂ ਦੇਖ ਚੰਗੋ ਲਾਈ। ਉੱਥੇ ਬੜੀ ਵਧੀਆ ਜਗ੍ਹਾ ਵੇਖ ਕੇ ਤੁਰਕਾਂ ਨੇ ਆਪਣਾ ਆਸਣ ਉੱਥੇ ਹੀ ਲਾ ਲਿਆ। ਉੱਤੋਂ ਗੂੜ ਉੱਤੋਂ ਗੜੋ ਇੱਕ ਖਾਲੀ ਲਾਹੇ। ਇੱਕ ਉੱਥੇ ਗੜ ਸੀ, ਛੋਟਾ ਜਿਹਾ ਕਿਲਾ ਸੀ ਉੱਥੇ ਭੀਲੋਗ੍ਰਾਮ ਨਗਰ ਦੇ ਵਿੱਚ। ਹੁਣ ਤਾਂ ਇਹ ਨਗਰ ਉਧਰ ਲਾਹੌਰ ਵੱਲ ਰਹਿ ਗਿਆ ਪਾਕਿਸਤਾਨ ਵਿੱਚ। ਤੇ ਉਧਰ ਛੋਟਾ ਜਿਹਾ ਕਿਲਾ ਸੀ, ਉੱਥੇ ਜਾ ਕੇ ਤੁਰਕ ਵੜ ਗਏ। ਪਠਾਨ ਹਜ਼ਾਰ ਵੜ ਬੈਠਾ ਮਾਹੀ। ਉਸ ਕਿਲੇ ਦੇ ਵਿੱਚ 1000 ਪਠਾਨ ਆ ਕੇ ਬੈਠਾ ਤੇ ਖੁਸ਼ ਹੁੰਦੇ ਨੇ ਵੀ ਅਸੀਂ ਸਿੱਖਾਂ ਨੂੰ ਮਾਰ ਮੁਕਾਇਆ ਤੇ ਹੁਣ ਇੱਥੇ ਆ ਕੇ ਆਰਾਮ ਕਰਾਂਗੇ, 2 ਘੜੀਆਂ ਸੁੱਖ ਲਵਾਂਗੇ। ਵਿਵਾਸਤਾ ਡੇਰਾ ਇੱਕ ਵੱਲ ਕਰਾ। ਤੇ ਜਿਹੜਾ ਵਿਵਾਸਤਾ ਸੀ, ਜਿਹੜੀ ਭਰਤੀ ਕੀਤੀ ਫੌਜ ਜਿਹਾਦ ਦੇ ਝੰਡੇ ਥੱਲੇ, ਹੈਦਰੀ ਝੰਡੇ ਥੱਲੇ, ਤੇ ਉਹ ਵੀ ਕਿਲੇ ਦੇ ਬਾਹਰ ਆ ਗਏ। ਉਹ ਕਹਿੰਦੇ ਵੀ ਕਿਲੇ ਵਿੱਚ ਅਸੀਂ ਰੁਕਾਂਗੇ ਤੇ ਤੁਸੀਂ ਜਿੰਨੀਆਂ ਨਵੇਂ ਰੰਗਰੂਟ ਹੋ
ਤੁਸੀਂ ਬਾਹਰ ਕਿਲੇ ਦੇ ਆਪੋ ਆਪਣੇ ਤੰਬੂ ਗੱਡ ਲਵੋ। ਦੇਖਿਓ ਥਾਮ ਉਹਨੇ ਵੀ ਖਰਾ ਤੇ ਉਹਨਾਂ ਨੇ ਵੀ ਕਿਲੇ ਦੇ ਬਾਹਰ ਜਗ੍ਹਾ ਜੀ ਸਾਫ਼ ਕਰਕੇ, ਪੱਤੇ ਪੁੱਤੇ ਸਾਫ਼ ਕਰਕੇ ਉਹਨਾਂ ਨੇ ਵੀ ਆਪਣੇ ਤੰਬੂ ਟੈਂਟ ਗੱਡ ਲਏ। ਕਹੇ ਘਰੀ ਬੜਾ ਕਿਤ ਹੱਸੋ ਰੋਜ਼ ਤੇ ਕਹਿੰਦੇ ਇਸ ਪ੍ਰਕਾਰ ਬੜੇ ਖੁਸ਼ ਹੁੰਦੇ ਨੇ। ਉਹ ਕਹਿੰਦੇ ਵੀ ਹੱਸ ਹੱਸ ਕੇ ਵੜਾਂਗੇ ਲਾਹੌਰ ਦੇ ਵਿੱਚ, ਬਾਦਸ਼ਾਹ ਨੂੰ ਆਖਾਂਗੇ ਅਸੀਂ ਸਿੱਖਾਂ ਦਾ ਇੱਕ ਜੱਥਾ ਮਾਰ ਮੁਕਾਇਆ ਹੈ ਰਾਵੀ ਦਰਿਆ ਦੇ ਕੰਢੇ, ਅਸੀਂ ਸਿੱਖਾਂ ਦੇ ਇੱਕ ਜੱਥੇ ਨੂੰ ਖਤਮ ਕਰ ਦਿੱਤਾ ਹੈ। ਗੁੱਸਾ ਮਲਾਇਣ ਅੱਛੀ ਮੌਜ ਹਾਂ, ਤੇ ਮੁੱਲੇ ਮਲਾਣੇ ਪੁੱਛਦੇ ਨੇ ਜੀ ਹਾਂ ਇਹ ਗੱਲ ਵਧੀਆ ਹੈ ਵੀ ਲਾਹੌਰ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਦੋਹਰਾ ਢੁਕੇ ਲਾਹੌਰਾ ਟਿਗਸੂ ਬੈਠੇ ਖੌਫ ਗਵਾਈ। ਇਸ ਪ੍ਰਕਾਰ ਲਾਹੌਰ ਦੇ ਨੇੜੇ ਬੈਠੇ ਨੇ ਵੀ ਲਾਹੌਰ ਵਿੱਚ ਐਨ ਠਾਠ ਬਾਠ ਨਾਲ ਜਾਵਾਂਗੇ, ਸਾਡਾ ਸਵਾਗਤ ਹੋਵੇਗਾ, ਲੋਕੀ ਫੁੱਲਾਂ ਦੀ ਵਰਖਾ ਕਰਨਗੇ ਵੀ ਸਿੱਖਾਂ ਨੂੰ ਮਾਰ ਕੇ ਆਏ ਨੇ, ਤੇ ਬਿਨਾਂ ਕਿਸੇ ਡਰ ਤੋਂ ਬੈਠੇ ਨੇ। ਇਹ ਨਹੀਂ ਪਤਾ ਵੀ ਉਧਰ ਜੰਗਲ ਦੇ ਵਿੱਚ ਮੌਤ ਉਡੀਕਦੀ ਇਹਨਾਂ ਨੂੰ, ਸਿੱਖ ਵੀ ਅਜੇ ਜਿਉਂਦੇ ਨੇ, ਇਹ ਨਹੀਂ ਇਹਨਾਂ ਨੂੰ ਖਬਰ। ਹੁਣ ਕੀ ਹੋਣੀ ਗੋਰਤ ਹੈ ਕਿਤ ਔਰ ਜਾਣੇ ਪਾਏ। ਤੇ ਕਹਿੰਦੇ ਉਹਨਾਂ ਦਾ ਵਾਸਾ ਤਾਂ ਸੀ ਮੜੀਆਂ ਦੇ ਵਿੱਚ, ਕਬਰਾਂ ਦੇ ਵਿੱਚ, ਜੋ ਸਿੱਖਾਂ ਨੇ ਪਹਿਲਾਂ ਹੀ ਤਿਆਰ ਕਰਕੇ ਰੱਖੀਆਂ ਨੇ। ਜਾਓ ਭਈ ਹੁਣ ਕੀ ਹੋਣੀ ਲਏ ਗਵਾਏ। ਇਸ ਪ੍ਰਕਾਰ ਹੋਣੀ ਵਾਪਰੀ ਹੈ, ਜਿਹੜੇ ਨਿਸ਼ਚਿੰਤ ਹੋ ਕੇ ਬੈਠੇ ਸੀ ਨਾ, ਇਸ ਪ੍ਰਕਾਰ ਹੁਣ ਹੋਣੀ ਵਾਪਰਨ ਲੱਗੀ। ਦੇਖੋ ਹੁਣ ਕਿਆ ਹੋਣੀ ਕਰਾਏ। ਹੁਣ ਖਾਲਸਾ ਜੀ ਆਪ ਜੀ ਵੇਖੋ ਕਿ ਪਰਮੇਸ਼ਰ ਦੀ ਕਰਾਮਾਤ ਕਿੱਦਾਂ ਵਾਪਰਦੀ ਹੈ। ਹੋਣੀ ਚਾਹੇ ਤੋ ਸੋ ਹੋਈ। ਜੋ ਪਰਮੇਸ਼ਰ ਚਾਹੁੰਦਾ ਹੈ, ਜੋ ਹੋਣੀ ਚਾਹੁੰਦੀ ਹੈ, ਉਸੇ ਪ੍ਰਕਾਰ ਹੁੰਦਾ ਹੈ। ਮਨੁੱਖ ਆਪਣੀ ਜੋ ਮਰਜ਼ੀ ਕਰ ਲਵੇ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਮਨੁੱਖ ਸੋਚਦਾ ਤਾਂ ਮੈਂ ਇੱਧਰ ਨੂੰ ਜਾਵਾਂ, ਪਰ ਪਰਮੇਸ਼ਰ ਉਧਰ ਲੈ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ ਨਾ, ਨਰ ਚਾਹਤ ਕਛ ਔਰ ਕੀ ਔਰ ਹੈ ਭਈ। ਬੰਦਾ ਸੋਚਦਾ ਕੁਝ ਹੋਰ ਹੈ, ਪਰ ਹੋਰ ਦਾ ਕੁਝ ਹੋਰ ਹੀ ਬਣ ਜਾਂਦਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕੋਈ ਜਿੰਨੀਆਂ ਮਰਜ਼ੀ ਛਾਲਾਂ ਮਾਰ ਲਵੇ, ਹੱਥ ਪੈਰ ਮਾਰੇ, ਪਰ ਜੋ ਪਰਮੇਸ਼ਰ ਨੇ ਕਰਨਾ ਹੈ ਭਾਈ ਉਹੀ ਹੋ ਕੇ ਰਹਿੰਦਾ ਹੈ। ਦੇਣ ਫਤਿਹ ਖਾਲਸੇ ਆਈ ਸੋਈ। ਪਰਮੇਸ਼ਰ ਨੇ ਤਾਂ ਆਪਣੇ ਖਾਲਸੇ ਨੂੰ ਫਤਿਹ ਦੇਣੀ ਸੀ, ਕਿਉਂਕਿ ਇਹ ਖਾਲਸਾ ਕਿਹਦਾ ਹੈ? ਵਾਹਿਗੁਰੂ ਦਾ। ਫਤਿਹ ਵੀ ਕਿਹਦੀ ਹੈ? ਵਾਹਿਗੁਰੂ ਦੀ। ਇਸੇ ਕਰਕੇ ਪੰਥ ਖਾਲਸਾ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਫਤਿਹ ਵੀ ਵਾਹਿਗੁਰੂ ਦੀ ਹੈ, ਤੇ ਖਾਲਸਾ ਪੰਥ ਨਾਦੀ ਪੁੱਤਰ ਗੁਰੂ ਗੋਬਿੰਦ ਸਿੰਘ ਦਾ, ਇਹ ਵੀ ਉਸ ਵਾਹਿਗੁਰੂ ਦਾ ਹੈ। ਦੋਹਰਾ ਸਿੰਘ ਨਿਕਲ ਵੇਲੇ ਬੜੇ ਫਿਰਦਨ ਕਿਉ ਹਮ ਸੋਸ। ਤੇ ਸਿੰਘ ਉਸ ਹਵੇਲੀ ਦੇ ਵਿੱਚੋਂ ਨਿਕਲ ਕੇ ਬੇਲਿਆਂ ਦੇ ਵਿੱਚ ਬੜੇ ਜੰਗਲਾਂ ਦੇ ਵਿੱਚ, ਤੇ ਸਿੰਘਾਂ ਨੇ ਅਫਸੋਸ ਕੀਤਾ ਆਪਣੇ ਮਨ ਵਿੱਚ। ਜਿਵੇਂ ਚੋਟ ਜਿੱਤਾਂ ਖਾਲੀ ਜਾਏ ਕਰੈ ਮਨ ਵੱਡ ਰੋਸ। ਕਹਿੰਦੇ ਜਿਵੇਂ ਚੀਤੇ ਦੇ ਹੱਥ ਦੇ ਵਿੱਚੋਂ ਸ਼ਿਕਾਰ ਨਿਕਲ ਜਾਵੇ ਤੇ ਚੀਤਾ ਝੂਰਦਾ ਹੈ, ਸਭ ਤੋਂ ਤੇਜ਼ ਜਾਨਵਰ ਭੱਜਦਾ ਚੀਤਾ, ਉਹਦੇ ਹੱਥ ਦੇ ਵਿੱਚੋਂ ਸ਼ਿਕਾਰ ਨਿਕਲ ਜਾਵੇ ਜਿਵੇਂ ਉਹ ਅਫਸੋਸ ਕਰਦਾ, ਉਵੇਂ ਸਿੰਘ ਹੁਣ ਸੋਚਦੇ ਨੇ। ਜਾਓ ਭਾਈ ਸੁਣੋ ਸੋ ਹੁਣ ਰੋਸ ਕਹਾਣੀ। ਤੇ ਸਿੰਘ ਹੁਣ ਆਪੋ ਆਪਣਾ ਰੋਸ ਪ੍ਰਗਟ ਕਰਦੇ ਨੇ। ਜਿਵੇਂ ਸਿੰਘਣ ਸਰ ਕਰੀ ਮਰਦਾਨੀ। ਕਹਿੰਦੇ ਜਿਵੇਂ ਸਿੰਘ ਅਫਸੋਸ ਕਰਕੇ ਆਪਣਾ ਮਰਦਾਨਪੁਣਾ ਹੁਣ ਦਿਖਾਉਣ ਲੱਗੇ ਨੇ। ਉਸ ਵੇਲੇ ਕੋ ਸਿੰਘ ਪਛਤਾਹੇ। ਸਿੰਘ ਉਸ ਵੇਲੇ ਨੂੰ ਯਾਦ ਕਰਦੇ ਨੇ। ਹੁਣ ਵੇਖੋ ਸਾਧ ਸੰਗਤ ਜੀ, ਖਾਲਸੇ ਦੀ ਚੜ੍ਹਦੀ ਕਲਾ ਕਿਹੋ ਜੀ ਹੈ। ਸਿੱਖ ਉਸ ਵੇਲੇ ਨੂੰ ਯਾਦ ਕਰਦੇ ਨੇ, ਉਹ ਸਮਾਂ ਤਕਾਉਂਦੇ ਨੇ। ਵਰਸਾ ਮਿਓ ਔ ਕੌਣ ਬਗਾਹੀ। ਕਹਿੰਦੇ ਭਾਈ ਸਿੱਖੋ, ਖਾਲਸਾ ਜੀ ਪਰਮੇਸ਼ਰ ਨੇ ਕਿੰਨੀ ਕਿਰਪਾ ਕੀਤੀ ਸੀ ਵੀ ਮੀਂਹ ਪਾਇਆ ਸੀ। ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਦਰ ਨੂੰ ਭੇਜਿਆ, ਮੀਂਹ ਪਾਇਆ, ਤੋਪਾਂ ਦੇ ਮੂੰਹ ਬੰਦ ਹੋਏ ਨੇ, ਤੋੜੇ ਸ਼ਾਂਤ ਹੋਏ ਨੇ, ਤੇ ਕਿੰਨਾ ਵਧੀਆ ਸਮਾਂ ਸੀ। ਤੇ ਆਪਾਂ ਚਾਹੁੰਦੇ ਤਾਂ ਤੁਰਕਾਂ ਨੂੰ ਵੱਢ ਸਕਦੇ ਸੀ, ਬਹੁਤਿਆਂ ਨੂੰ, ਤੇ ਆਪਾਂ ਇੱਕਾ ਦੁੱਕਾ ਨੂੰ ਵੱਢ ਕੇ ਜੰਗਲਾਂ ਦੇ ਵਿੱਚ ਲੁਕ ਆਏ। ਭਾਵੇਂ ਵੇਖੋ ਸਿੰਘ ਗਿਣਤੀ ਦੇ ਵਿੱਚ ਘੱਟ ਨੇ, ਪਰ ਚੜ੍ਹਦੀ ਕਲਾ ਕਿੰਨੀ ਆ। ਕਹਿੰਦੇ ਖਾਲਸਾ ਜੀ ਮਸਾਂ ਮਸਾਂ ਮੀਂਹ ਪਿਆ ਸੀ, ਮੌਕਾ ਲੱਗਾ ਸੀ, ਅਜਿਹਾ ਮੌਕਾ ਵਾਰ-ਵਾਰ ਨਹੀਂ ਆਉਂਦਾ। ਜੋ ਹਮ ਹੁਣ ਕੀ ਗੱਲ ਹੈ ਜਾਣੇ। ਤੇ ਜੇ ਆਪਾਂ ਉਹਨਾਂ ਦੇ ਨਾਲ ਹੀ ਚੱਲੀਏ, ਹੁਣ ਪਿੱਛੇ ਪਿੱਛੇ ਜਿੱਥੇ ਆ ਤੁਰਕ ਗਏ ਨੇ ਕਿਲਿਆਂ ਦੇ ਵਿੱਚ, ਜੇ ਆਪਾਂ ਹੁਣ ਪਿੱਛੇ ਚੱਲੀਏ ਇਹਨਾਂ ਦੇ, ਮਾਰ ਲਈਏ ਹਮ ਉਨਕੋ ਥਾਹੇ। ਤੇ ਉਹਨਾਂ ਨੂੰ ਥਾਂ ਬੈਠਿਆਂ ਨੂੰ ਮਾਰ ਲਈਏ। ਇਹ ਜਿਹੜੇ ਆਰਾਮ ਦੇ ਨਾਲ ਬੈਠੇ ਨੇ ਨਾ, ਆਪਣੇ ਘੋੜਿਆਂ ਦੀਆਂ ਕਾਠੀਆਂ ਉਤਾਰ ਕੇ, ਕਹਿੰਦੇ ਉੱਥੇ ਜਾ ਕੇ ਹੁਣ ਹੱਲਾ ਕਰੀਏ। ਸਿੰਘ
ਕਹਾਵਤ ਹਮ ਅਤ ਸੂਰੇ। ਹਾਂ, ਕਿਉਂਕਿ ਸਿੰਘ ਅਤੀ ਸੂਰਮੇ ਨੇ। ਅਸੀਂ ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਰਮੇ ਹਾਂ। ਸਿਰ ਆਏ ਬਣੀ ਨਹਿ ਕਰਤ ਕਸੂਰੇ। ਇਸ ਕਰਕੇ ਖਾਲਸਾ ਜੀ ਹੁਣ ਸਿਰ ਤੇ ਤਾਂ ਆਣੀ ਪਈ ਆ, ਇਹ ਤੁਰਕ ਸਾਡੇ ਵੱਲ ਆਉਣ। ਇਹ ਚੰਗਾ ਤਾਂ ਇਹੀ ਆ, ਆਪਾਂ ਹੀ ਚੱਲੀਏ ਉਹਨਾਂ ਦੇ ਕੋਲ, ਉਹਨਾਂ ਦਾ ਦਰਵਾਜ਼ਾ ਖੜਕਾਈਏ ਜਾ ਕੇ। ਐਸ ਭਾਂਤ ਤੈ ਸੋਚ ਜਉ ਕਰੈ। ਇਵੇਂ ਸਿੰਘਾਂ ਨੇ ਆਪਣੇ ਮਨ ਵਿੱਚ ਵਿਚਾਰ ਕਰ ਲਈ। ਤੂੰ ਤੁਰਤ ਤੈ ਔਰ ਸਿੰਘ ਚਰੈ। ਤੇ ਕਹਿੰਦੇ ਖਾਲਸਾ ਜੀ ਚਲੋ ਚੱਲੀਏ ਫੇਰ। ਨਾ ਸਿੰਘਾਂ ਕੋਲ ਬਹੁਤੇ ਘੋੜੇ ਨਾ ਸ਼ਸਤਰ, ਤੇ ਕਹਿੰਦੇ ਤੁਰਕਾਂ ਦੇ ਗੜ੍ਹ ਵਿੱਚ ਜਾ ਕੇ ਹਮਲਾ ਕਰਕੇ ਆਉਂਦੇ ਹਾਂ। ਬੁੱਧੀ ਖਾਲਸੇ ਕੀ ਜਹਬਾਨ। ਇਸ ਪ੍ਰਕਾਰ ਖਾਲਸੇ ਨੇ ਵਿਚਾਰ ਕਰ ਲਈ। ਬੜੈ ਦਸ ਰਹਿ 20 ਸਵਾਨ। ਤੇ ਕਹਿੰਦੇ ਖਾਲਸਾ ਜੀ ਪਰਵਾਹ ਨਾ ਕਰੀਏ ਪੰਥ ਦੀ, ਜੇ 10 ਮਰਾਂਗੇ ਤਾਂ 20 ਹੋਰ ਆ ਜਾਣਗੇ। ਇਹ ਪੰਥ ਦਾ ਅਜਿਹਾ ਹੈ। ਇਹ ਸੁਮਣਵਾਣੀ ਨਦੀ ਹੈ। ਸੁਮਣਵਾਣੀ ਨਦੀ ਕਹਿੰਦੇ ਨੇ ਪਾਣੀ ਲੰਘ ਜਾਂਦਾ ਤੇ ਪਿੱਛੋਂ ਉਨਾ ਹੀ ਪਾਣੀ ਹੋਰ ਆ ਜਾਂਦਾ। ਇਸ ਪ੍ਰਕਾਰ ਕਹਿੰਦੇ ਖਾਲਸਾ ਤਾਂ ਹੈ ਹੀ ਅਜਿਹਾ, ਜਿੰਨੇ ਮਰਦੇ ਨੇ ਜਿੰਨੇ ਸ਼ਹੀਦ ਹੁੰਦੇ ਨੇ ਤੇ ਉਨੇ ਹੀ ਸੰਘਰਸ਼ ਦੇ ਵਿੱਚ ਹੋਰ ਆ ਕੇ ਕੁੱਦ ਪੈਂਦੇ ਹਨ। ਔਰ ਪੰਥ ਸੁਣੀ ਬੰਦੂਖਣ ਆਵਾਜ਼। ਤੇ ਕਹਿੰਦੇ ਜਦੋਂ ਫਿਰ ਆ ਹਵੇਲੀ ਦੇ ਵਿੱਚ ਗੋਲੀਆਂ ਚੱਲੀਆਂ, ਤੋਪਾਂ ਚੱਲੀਆਂ, ਤੇ ਜੰਗਲਾਂ ਦੇ ਵਿੱਚ ਦੂਰ ਤੱਕ ਆਵਾਜ਼ ਸੁਣਾਈ ਦਿੰਦੀ, ਤੇ ਜਿਹੜੇ ਬਾਕੀ 3 ਜੱਥੇ ਸੀ ਸਿੱਖਾਂ ਦੇ, ਉਹਨਾਂ ਨੂੰ ਵੀ ਆਵਾਜ਼ ਸੁਣਾਈ ਦਿੱਤੀ ਵੀ ਕਿਤੇ ਭਾਈ ਗੋਲੀ ਚੱਲੀ ਆ, ਤੇ ਕਿਧਰੇ ਸਿੰਘਾਂ ਦੇ ਨਾਲ ਇਹ ਹੁਣ ਲੜਾਈ ਪੜਾਈ ਹੋ ਰਹੀ ਹੈ। ਆਏ ਰਲੇ ਸੋ ਜਿਵ ਤਿਮ ਭਾਜ। ਤੇ ਉਹ 3 ਦੇ 3 ਜੱਥੇ ਉਹ ਵੀ ਆ ਕੇ ਨਾਲ ਰਲ ਗਏ ਸਿੱਖਾਂ ਦੇ। ਇਵੇਂ ਸਾਰਾ ਪੰਥ ਖਾਲਸਾ ਇਕੱਠਾ ਹੋ ਗਿਆ। ਸਿੰਘ ਹਜ਼ਾਰ ਕੋ ਤੇ ਥਾਂ ਭਇਓ। ਉਸ ਵੇਲੇ 1000 ਕੁ ਸਿੰਘ ਇਕੱਠੇ ਹੋ ਚੁੱਕੇ ਨੇ। ਹੁਣ ਇਹ 1000 ਸਿੰਘ ਕਿਸ ਪ੍ਰਕਾਰ ਇਹਨਾਂ ਤੁਰਕਾਂ ਦੇ ਉੱਤੇ ਹਮਲਾ ਕਰਦੇ ਨੇ, ਜਿਹੜੇ ਕਹਿੰਦੇ ਸੀ ਅਸੀਂ ਸਿੱਖਾਂ ਨੂੰ ਮਾਰ ਆਏ ਆ ਤੇ ਲਾਹੌਰ ਦੇ ਵਿੱਚ ਐਨ ਸ਼ਾਨੋ ਸ਼ੌਕਤ ਨਾਲ ਵੜਾਂਗੇ। ਤੇ ਸਿੰਘ ਹੁਣ ਇਹਨਾਂ ਦੇ ਮਨਸੂਬੇ ਕਿੱਦਾਂ ਫੇਲ ਕਰਦੇ ਨੇ, ਤੇ ਕਿਵੇਂ ਸਿੰਘ ਇਹਨਾਂ ਨੂੰ ਜਾ ਕੇ ਧਰ ਦਬੋਚਦੇ ਨੇ ਬਾਜ ਵਾਂਗੂ। ਤੇ ਉਹ ਕਥਾ ਆਪਾਂ ਕੱਲ੍ਹ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਕਿਵੇਂ ਨਵਾਬ ਕਪੂਰ ਸਿੰਘ ਜਦੋਂ ਨਵਾਬੀਆਂ ਮਿਲਦੀਆਂ ਨੇ, ਕਿਵੇਂ ਪੰਥ ਖਾਲਸਾ ਦੀ ਜੈ ਜੈਕਾਰ ਹੁੰਦੀ ਹੈ, ਉਹ ਕੱਲ੍ਹ ਦੇ ਪ੍ਰਕਰਣਾਂ ਦੇ ਵਿੱਚ ਵਿਚਾਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।